ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਵੀ ਅੱਜ ਦਾ ਜਿਹੜਾ ਮੌਸਮ ਹੈ ਉਹ ਵਧੀਆ ਖਿੜਿਆ ਹੋਇਆ ਮੌਸਮ ਹੈ ਔਰ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਸੀਗੇ ਕਿ ਮੌਸਮ ਦੇ ਮਿਜਾਜ਼ ਜਿਹੜੇ ਨੇ ਉਹ ਕਾਫੀ ਬਦਲ ਰਹੇ ਸੀ ਔਰ ਜਿਸ ਕਰਕੇ ਕਾਫੀ ਜ਼ਿਆਦਾ ਜਿਹੜੀ ਹੈ ਲੋਕਾਂ ਨੂੰ ਦਿੱਕਤਾਂ ਵੀ ਪੇਸ਼ ਆਈਆਂ। ਅੱਜ ਦੇ ਦਿਨ ਤੋਂ ਤਾਂ ਸ਼ਾਇਦ ਠੰਡੀਆਂ ਹਵਾਵਾਂ ਤੋਂ ਸਨੋ ਤੋਂ ਤੇ ਜਿਹੜੀ ਬਾਰਿਸ਼ ਕੰਟੀਨਿਊ ਹੋ ਰਹੀ ਸੀਗੀ ਉਹਦੇ ਤੋਂ ਥੋੜੀ ਨਿਜਾਤ ਮਿਲੀ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜੋ ਹਾਲਾਤ ਅਸੀਂ BC ਦੇ ਦੇਖੇ ਨੇ ਬਹੁਤ ਹੀ ਖਰਾਬ ਰਹੇ। ਤੇਜ਼ ਹਵਾਵਾਂ ਕਰਕੇ ਜੋ ਹਾਲਾਤ ਬਣੇ, ਹੜ੍ਹ ਆ ਗਏ BC ਦੇ ਵਿੱਚ। ਐਬਸਫਰਡ, ਹੋਪ, ਚਿਰਾਵੈਕ ਇੱਧਰ ਵਾਲੀਆਂ ਜਿਹੜੀਆਂ ਇਲਾਕੇ ਸੀਗੇ ਉਹਨਾਂ ਦਾ ਬੁਰਾ ਹਾਲ ਹੁੰਦੇ ਅਸੀਂ ਦੇਖਿਆ। ਸਾਡੀ ਟੀਮ ਜਦੋਂ ਵਿਜ਼ਿਟ ਕਰਨ ਗਈ ਸੀਗੀ, ਚੈਨਲ ਪੰਜਾਬੀ ਦੀ ਟੀਮ ਨੇ ਵਿਜ਼ਿਟ ਕੀਤਾ ਐਬਸਫਰਡ ਦਾ। ਉੱਥੇ ਕਾਫੀ ਸਾਰੇ ਲੋਕਾਂ ਦੇ ਅਸੀਂ ਮੁਖਾਤਿਬ ਹੋਏ, ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਸੀ ਉਹ ਸਾਂਝੀਆਂ ਕੀਤੀਆਂ। ਜਦੋਂ ਲੋਕਾਂ ਨੇ ਉੱਥੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਤੇ ਨਾਲ ਦੀ ਨਾਲ ਉਹਨਾਂ ਦਾ ਇੱਕ ਸਵਾਲ ਸੀਗਾ ਕਿ ਸਾਨੂੰ ਇਹ ਪਤਾ ਨਹੀਂ ਹੈ ਕਿ ਅਸੀਂ ਕਿੰਨੀ ਦੇਰ ਬਾਅਦ ਵਾਪਿਸ ਉਹੀ ਹਾਲਾਤਾਂ 'ਚ ਆ ਸਕਾਂਗੇ ਜਿਹੜੇ ਸਾਡੇ ਸੀਗੇ। ਕਈਆਂ ਦਾ ਆਸ਼ੀਆਨਾ ਬਹੁਤ ਸਾਲਾਂ ਤੋਂ ਉਹਨਾਂ ਨੇ ਬਣਾਇਆ ਸੀ, 50 ਸਾਲਾਂ ਤੋਂ ਇਸੇ ਮਿਹਨਤ 'ਚ ਲੱਗੇ ਹੋਏ ਸੀਗੇ। ਪਿਛਲੇ 40 ਸਾਲਾਂ ਤੋਂ 30 ਸਾਲਾਂ ਤੋਂ ਉਹਨਾਂ ਨੇ ਤਿਨਕਾ ਜੋੜ ਕੇ ਆਪਣਾ ਆਸ਼ੀਆਨਾ ਬਣਾਇਆ ਸੀਗਾ, ਆਪਣਾ ਜਿਹੜਾ ਪੂਰਾ ਕਾਰੋਬਾਰ ਉੱਥੇ ਸੈੱਟ ਕੀਤਾ ਸੀ। ਪਰ ਉਹ ਇੱਕ ਝਟਕੇ ਦੇ ਵਿੱਚ ਤਬਾਹ ਹੋ ਗਿਆ, ਜਿਹਦੇ ਲਈ ਕੁਛ ਲੋਕ ਡਿਪਰੈਸ਼ਨ ਦੇ ਵਿੱਚ ਗਏ। ਕਈ ਲੋਕ ਉਸ ਹਾਦਸੇ ਨੂੰ ਲੈ ਕੇ, ਉਸ ਕੁਦਰਤੀ ਆਫਤ ਦੇ ਵਿੱਚੋਂ ਅਜੇ ਤੱਕ ਉੱਭਰ ਨਹੀਂ ਪਾਏ, ਜਿਹੜੇ ਪਲ ਪਲ ਦੇ ਉੱਤੇ ਹੁਣ ਸਿਰਫ ਸਰਕਾਰਾਂ 'ਤੇ ਡਿਪੈਂਡ ਕਰ ਰਹੇ ਨੇ। ਉਹਨਾਂ ਨੂੰ ਇਹ ਕਿ ਸਰਕਾਰਾਂ ਸਾਡੀ ਬਾਂਹ ਫੜਨਗੀਆਂ ਤੇ ਉਹ ਕੁਛ ਨਾ ਕੁਛ ਜਿਹੜਾ ਉਹਨਾਂ ਤੋਂ ਸਾਨੂੰ ਹਾਸਿਲ ਹੋਏਗਾ ਤੇ ਇਸ ਮੁਸ਼ਕਿਲ ਦੇ ਦੌਰ ਦੇ ਵਿੱਚੋਂ ਅਸੀਂ ਬਾਹਰ ਆ ਪਾਵਾਂਗੇ। ਅੱਜ ਇਸ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ। BC ਗਵਰਨਮੈਂਟ ਦੇ ਵੱਲੋਂ ਸਾਡੇ ਨਾਲ ਇੱਥੇ MLA ਜਿਹੜੇ ਨੇ ਜਗਰੂਪ ਬਰਾੜ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ। ਸਰੀ ਫਰੀਦਕੋਟ ਤੋਂ MLA ਨੇ। ਜਗਰੂਪ ਬਰਾੜ ਜੀ ਦੇ ਨਾਲ ਜਦੋਂ ਅਸੀਂ ਰਾਬਤਾ ਕਾਇਮ ਕਰਨਾ ਚਾਹਿਆ ਤਾਂ ਉਹਨਾਂ ਨੇ ਤੁਰੰਤ ਇਸ ਮੁੱਦੇ ਦੇ ਉੱਤੇ ਹਾਮੀ ਭਰੀ ਅਪਡੇਟ ਦੇਣ ਦੇ ਲਈ, ਕਿਉਂਕਿ ਕਾਫੀ ਸਾਰੀਆਂ ਕਨਫਿਊਜ਼ਨਸ ਜਿਹੜੀਆਂ ਨੇ ਉਹ ਇਸ ਮੁੱਦੇ ਨੂੰ ਲੈ ਕੇ ਆ ਰਹੀਆਂ ਨੇ, ਜਿਹੜੀਆਂ ਕਿ ਜਗਰੂਪ ਬਰਾੜ ਜੀ ਦੇ ਕੋਲੋਂ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਉਹ ਇਹਨਾਂ ਕਨਫਿਊਜ਼ਨਸ ਨੂੰ ਜਿਹੜਾ ਉਹ ਕਲੀਅਰ ਕਰਨਗੇ। ਸੋ ਗੱਲਬਾਤ ਕਰਦੇ ਹਾਂ। ਜਗਰੂਪ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਸ਼ੈਰੀ ਜੀ, ਤੁਹਾਡਾ ਬਹੁਤ ਸ਼ੁਕਰੀਆ ਮੈਨੂੰ ਮੌਕਾ ਦੇਣ ਵਾਸਤੇ। ਤੁਹਾਡਾ ਤੇ ਜਿਹੜੇ ਚੈਨਲ ਪੰਜਾਬੀ ਦੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ। ਇਹ ਬਹੁਤ ਗੰਭੀਰ ਮੁੱਦਾ ਹੈ, ਇਹਦੇ ਉੱਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਜਗਰੂਪ ਜੀ, ਇਹਨਾਂ ਦਿਨਾਂ ਦੇ ਵਿੱਚ ਕੀ ਚੱਲ ਰਿਹਾ, ਕਿਵੇਂ ਤੁਹਾਡੇ ਆਪਣੇ ਰੁਝਾਨ ਚੱਲ ਰਹੇ ਨੇ, ਓਵਰਆਲ BC ਦੀ ਸਥਿਤੀ ਜਿਹੜੀ ਹੈ ਉਹ ਕੀ ਨਜ਼ਰ ਆ ਰਹੀ ਹੈ? ਦੇਖੋ, ਜੇ ਪਿਛਲੇ ਆਪਾਂ 10-15 ਦਿਨਾਂ ਦੀ ਗੱਲਬਾਤ ਕਰੀਏ ਤਾਂ ਸਰਕਾਰ ਦਾ ਜਿਹੜਾ ਟੋਟਲ ਫੋਕਸ ਹੈ ਉਹ ਜਿਹੜਾ ਸਾਡੇ ਬਹੁਤ ਇਤਿਹਾਸਿਕ ਆਏ ਹੋਏ ਹੜ੍ਹ ਨੇ ਔਰ ਉਹਦੇ ਨਾਲ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦਾ, ਉਹਦੇ ਉੱਤੇ ਫੋਕਸ ਹੈ। ਸਾਰੀ ਸਰਕਾਰ ਦਾ ਜਿਹੜਾ ਧਿਆਨ ਇੱਥੇ ਕੇਂਦਰਿਤ ਹੈ। ਮੈਂ ਕਹਿੰਦਾ ਵੀ ਕਿਸੇ ਹੱਦ ਤੱਕ ਜਿਹੜੀ ਫੈਡਰਲ ਸਰਕਾਰ ਹੈ ਉਹਨਾਂ ਦਾ ਧਿਆਨ ਵੀ ਇਸ ਗੱਲ ਦੇ ਉੱਤੇ ਕੇਂਦਰਿਤ ਹੈਗਾ। ਬਹੁਤ ਵੱਡਾ ਇਤਿਹਾਸਕ ਨੁਕਸਾਨ ਹੋਇਆ BC ਦੇ ਲੋਕਾਂ ਦਾ। ਜੇ ਆਪਾਂ ਉਹਨੂੰ ਸੰਖੇਪ ਦੇ ਵਿੱਚ ਗੱਲ ਕਰੀਏ, 17,000 ਲੋਕਾਂ ਨੂੰ ਸਾਨੂੰ ਇਵੈਕੂਏਸ਼ਨ ਆਰਡਰ ਕਰਨੇ ਪਏ, ਉਹਨਾਂ ਨੂੰ ਘਰ ਛੱਡ ਕੇ ਜਾਣਾ ਪਿਆ। ਔਰ ਉਹਦੇ ਨਾਲ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਚਿਕਨ ਨੇ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਚੁੱਕੇ ਆ। ਬਹੁਤ ਵੱਡੀ ਗਿਣਤੀ ਜਿਹੜੀਆਂ ਗਊਆਂ ਨੇ, ਜਿਹੜੀਆਂ ਦੁੱਧ ਦੇਣ ਵਾਲੀਆਂ, ਉਹ ਮਰ ਚੁੱਕੀਆਂ ਨੇ। ਉਹ ਆਪਣੇ ਬਾਰਨ ਦੇ ਵਿੱਚ ਨੇ, ਹਾਲੇ ਤੱਕ ਫਾਰਮ ਉੱਥੇ ਜਾ ਨਹੀਂ ਸਕੇ ਕਿਉਂਕਿ ਉੱਥੇ ਜਾਣਾ ਸੇਫ ਨਹੀਂ ਗਾ। ਔਰ ਇਸੇ ਤਰੀਕੇ ਨਾਲ BC ਦੇ ਲਗਭਗ ਸਾਰੇ ਹਾਈਵੇ ਉਹ ਟੁੱਟ ਚੁੱਕੇ ਨੇ। ਹਾਈਵੇ 1, ਹਾਈਵੇ 3, ਹਾਈਵੇ 5, ਹਾਈਵੇ 99, ਕੋਕਾਹਾਲਾ, ਸਾਰੇ ਹਾਈਵੇ ਉਹ ਟੁੱਟ ਚੁੱਕੇ ਇਹਦੇ ਸਾਰੇ ਜਿਹੜਾ ਤੂਫਾਨ ਦੇ ਨਾਲ। ਔਰ BC ਸਰਕਾਰ ਦਾ ਜਿਹੜਾ ਪਹਿਲਾ ਫੋਕਸ ਰਿਹਾ ਹੁਣ ਤੱਕ ਉਹ ਹੀ ਰਿਹਾ ਕਿ ਇਹਨਾਂ ਦੀ ਜਿਹੜੀ ਪਬਲਿਕ ਹੈ, ਜਿਹੜੀ ਨੂੰ ਉੱਥੋਂ ਅਸੀਂ ਘਰਾਂ ਚੋਂ ਕੱਢ ਕੇ ਬਾਹਰ ਲਿਆਂਦਾ ਗਿਆ, ਉਹਨਾਂ ਦੀ ਸੇਫਟੀ ਸਾਡੀ ਸਭ ਤੋਂ ਪਹਿਲੀ ਪ੍ਰਾਇਓਰਟੀ ਸੀਗੀ। ਉਹ 17,000 ਲੋਕਾਂ ਨੂੰ ਉੱਥੋਂ ਕੱਢ ਕੇ ਉਹਨਾਂ ਨੂੰ ਰਹਿਣ ਵਾਸਤੇ ਥਾਂ ਲੱਭਿਆ ਗਿਆ, ਉਹਨਾਂ ਦੇ ਖਾਣ ਵਾਸਤੇ ਪ੍ਰਬੰਧ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਹੈਲੀਕਾਪਟਰ ਰਾਹੀਂ ਸਾਰਿਆਂ ਨੂੰ ਜਿਹੜਾ ਜਿੱਥੇ ਵੀ ਸੀਗਾ ਉਹ ਖਾਣਾ ਪਹੁੰਚਾਇਆ ਗਿਆ। ਉਹਦੇ ਨਾਲ ਜਿਹੜੇ ਈਵਨ ਆਪਣਾ ਪੰਛੀ ਤੇ ਗਊਆਂ ਵੀ ਸੀਗੀਆਂ, ਕਈ ਉੱਚੇ ਥਾਵਾਂ ਤੇ ਚੱਲ ਗਈਆਂ, ਸੇਫ ਕਰ ਲਈਆਂ ਸੀ ਫਾਰਮਰਸ ਨੇ ਇਕੱਠੇ ਹੋ ਕੇ। ਬਹੁਤ ਸ਼ਲਾਘਾਯੋਗ ਕੰਮ ਕੀਤਾ। ਉਹਨਾਂ ਨੂੰ ਵੀ ਜਿਹੜਾ ਉੱਥੇ ਪਾਣੀ ਤੇ ਉਹਨਾਂ ਦੇ ਚਾਰੇ ਦਾ ਪ੍ਰਬੰਧ ਕੀਤਾ ਗਿਆ, ਉਹ ਹੈਲੀਕਾਪਟਰ ਰਾਹੀਂ ਡ੍ਰੌਪ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ। ਸੋ ਪਿਛਲੇ ਦਿਨ ਸਾਰੀ ਜਿਹੜੀ ਫੋਕਸ ਸੀਗਾ ਉਹ ਸੇਫਟੀ ਸੀਗਾ। ਲੇਕਿਨ ਇਸ ਵੇਲੇ ਅਸੀਂ ਤੂਫਾਨ ਲੰਘ ਚੁੱਕਿਆ। ਤੂਫਾਨ ਜਿਹੜਾ ਲੰਘਣ ਦੇ ਨਾਲ ਪਾਣੀ ਥੱਲੇ ਆ ਚੁੱਕਿਆ। ਜਿਹੜਾ ਨੈਕਸਟ ਆਪਣਾ ਅਮਰੀਕਾ ਦਾ ਜਿਹੜਾ ਨੁਕਸੈਕ ਜਿਹੜਾ ਰਿਵਰ ਹੈਗਾ, ਉਹਦਾ ਪਾਣੀ ਆਲਮੋਸਟ ਮੇਰੇ ਖਿਆਲ ਦੇ ਵਿੱਚ 5 ਫੁੱਟ ਇਸ ਵੇਲੇ ਜਿਹੜਾ ਫਲੱਡ ਲੈਵਲ ਤੋਂ ਥੱਲੇ ਜਾ ਚੁੱਕਿਆ। ਪਾਣੀ ਥੱਲੇ ਵੈਸੇ ਵੀ ਸਾਰੇ ਥਾਵਾਂ ਤੇ ਆਉਣਾ ਸ਼ੁਰੂ ਹੋ ਚੁੱਕਿਆ। ਇਸ ਕਰਕੇ ਇਸ ਵੇਲੇ ਸਾਡਾ ਜਿਹੜਾ ਫੋਕਸ ਹੈਗਾ ਉਹ ਰਿਕਵਰੀ ਤੇ ਜਿਹੜੀ ਰੈਸਟੋਰੇਸ਼ਨ ਹੈਗੀ ਹੈ, ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਮੁੜ ਬਹਾਲੀ ਲੋਕਾਂ ਦੀ ਕਿਵੇਂ ਕੀਤੀ ਜਾਵੇ, ਇਸ ਵੇਲੇ ਸਰਕਾਰ ਦਾ ਜਿਹੜਾ ਧਿਆਨ ਹੈ ਉਸ ਗੱਲ ਦੇ ਉੱਤੇ ਕੇਂਦਰਿਤ ਹੈ। ਜਗਰੂਪ ਜੀ, ਤੁਹਾਡਾ ਚੱਕਰ ਲੱਗਿਆ ਸੀ, ਤੁਸੀਂ ਖੁਦ ਹਾਲਾਤ ਦੇਖ ਕੇ ਆਏ ਹੋ, ਉੱਥੇ ਕੀ ਰਿਵਿਊ ਕੀਤਾ? ਹਾਂਜੀ, ਪਹਿਲੀ ਗੱਲ ਤਾਂ ਹੈ ਕਿ ਸਾਡੇ ਜਿਹੜੇ ਮਾਨਯੋਗ ਪ੍ਰੀਮੀਅਰ ਜੌਨ ਹੌਰਗਨ ਜੀ
ਉਹਨਾਂ ਨੇ ਸਾਰੇ ਏਰੀਆ ਦਾ ਮੁਕੰਮਲ ਜਿਹੜਾ ਹੈਗਾ ਤਹਿਕੀਕਾਤ ਕੀਤੀ ਜਾ ਕੇ ਹੈਲੀਕਾਪਟਰ ਰਾਹੀਂ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ। ਉਸ ਤੋਂ ਬਾਅਦ ਜਿਹੜੇ ਸਾਡੇ ਮਿਨਿਸਟਰ ਨੇ, ਮਿਨਿਸਟਰ ਆਫ ਪਬਲਿਕ ਸੇਫਟੀ ਮਾਈਕ ਫਾਰਮਵਰਥ ਜੀ, ਸਾਡੇ ਜਿਹੜੇ ਮਿਨਿਸਟਰ ਨੇ ਟਰਾਂਸਪੋਰਟੇਸ਼ਨ ਰੌਬ ਫਲੈਮਿੰਗ ਜੀ, ਔਰ ਵਿਸ਼ੇਸ਼ ਤੌਰ ਤੇ ਜਿਹੜੀ ਸਾਡੀ ਐਗਰੀਕਲਚਰ ਮਿਨਿਸਟਰ ਹੈਗੀ ਆ, ਉਹਨਾਂ ਨੇ ਆਲਮੋਸਟ ਜਿਹੜਾ ਹੈਗਾ ਜਿਹੜਾ 1 ਹਫ਼ਤਾ ਉਹ ਐਪਸਪੋਰਟ ਦੇ ਵਿੱਚ ਰਹੇ ਨੇ। ਸਾਰੇ ਜਿੱਥੇ ਵੀ ਨੁਕਸਾਨ ਹੋਇਆ ਫਾਰਮਰਸ ਦਾ ਜਾਂ ਹੋਰ ਉਹਦਾ ਜਾਇਜ਼ਾ ਲਿਆ। ਮੈਂ ਵੀ ਐਪਸਪੋਰਟ ਦੇ ਵਿੱਚ ਜਾ ਕੇ 2 ਵਾਰੀ ਉੱਥੇ ਜਾ ਕੇ ਆਇਆ, ਔਰ ਉਹਦੇ ਵਿੱਚ ਸਾਰੇ ਜਿਹੜੇ ਅਫੈਕਟਡ ਫਾਰਮਰਸ ਨੇ, ਪ੍ਰਭਾਵਿਤ ਫੈਮਲੀਆਂ ਨੇ, ਉਹਨਾਂ ਨੂੰ ਵੀ 2 ਵਾਰੀ ਮਿਲ ਕੇ ਆਇਆ। ਉੱਥੇ ਉਹਨਾਂ ਦੀ ਕਹਾਣੀ ਸੁਣ ਕੇ ਆਏ, ਬੜੀਆਂ ਪੇਨਫੁਲ ਸਟੋਰੀਜ਼ ਨੇ, ਉਹਨਾਂ ਨੂੰ ਸੁਣ ਕੇ ਆਏ। ਇਹਦੇ 'ਚ ਕੋਈ ਸ਼ੱਕ ਨਹੀਂ ਗਾ, ਜਿਹੜਾ ਨੁਕਸਾਨ ਹੋਇਆ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤ ਇਤਿਹਾਸਕ ਨੁਕਸਾਨ ਹੈ, ਔਰ ਉਹਨੂੰ ਜੇ ਅਸੀਂ ਉਹਦੀ ਮੁੜ ਬਹਾਲੀ ਕਰਨੀ ਹੈ, ਔਰ ਉਹਦੇ ਉੱਤੇ ਸਾਨੂੰ ਕਾਫੀ ਧਿਆਨ ਦੇਣ ਦੀ ਲੋੜ ਹੈ, ਔਰ ਉਹਦੇ ਉੱਤੇ ਕਾਫੀ ਸਮਾਂ ਵੀ ਲੱਗ ਸਕਦਾ ਜੀ। ਸੋ ਹੁਣ ਉੱਥੇ ਤਾਂ ਕੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਵੀ ਸੂਬਾ ਸਰਕਾਰ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੈ ਸਾਰਾ ਮਦਦ ਕਰੇਗੀ ਜੋ ਵੀ ਇਹ ਕੁਦਰਤੀ ਆਫਤ ਕਰਕੇ ਨੁਕਸਾਨ ਹੋਇਆ। ਇਸ ਨੁਕਸਾਨ ਦੇ ਵਿੱਚ ਕੀ ਅੰਦਾਜ਼ਾ ਲਗਾਇਆ ਜਾ ਰਿਹਾ, ਕੀ ਜਿਹੜਾ ਐਸਟੀਮੇਟ ਲਗਾਇਆ ਗਿਆ ਹੁਣ ਤੱਕ, ਕਿੰਨਾ ਕੁ ਜਿਹੜਾ ਨੁਕਸਾਨ ਹੋ ਚੁੱਕਿਆ? ਦੇਖੋ, ਜਿਹੜੀ ਤਾਂ ਆਪਾਂ ਜੇ ਡਾਲਰ ਫਿਗਰ ਦੀ ਗੱਲ ਕਰੀਏ, ਉਹਦਾ ਇਸ ਵੇਲੇ ਅੰਦਾਜ਼ਾ ਲਾਉਣਾ ਬਹੁਤ ਔਖਾ, ਕਿਉਂਕਿ ਹਰ ਲੈਵਲ ਦੇ ਉੱਤੇ ਅਸੈਸਮੈਂਟ ਕੀਤੀ ਜਾ ਰਹੀ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ, ਹਾਈਵੇ ਟੁੱਟ ਚੁੱਕੇ ਆ। ਇਸ ਵੇਲੇ ਸਾਡਾ ਜਿਹੜਾ ਫੋਕਸ ਹੈਗਾ ਕਿ ਹਾਈਵੇਜ਼ ਨੂੰ, ਜਿੰਨੇ ਵੀ ਹਾਈਵੇ ਹੈਗੇ ਆ, ਉਹ ਆਲਮੋਸਟ ਲਗਭਗ ਸਾਰੇ ਦੁਆਰਾ ਚਲਾ ਦਿੱਤੇ ਗਏ, ਸਿਰਫ ਇੱਕ ਹਾਈਵੇ ਨੂੰ ਛੱਡ ਕੇ। ਕੋਕਾ ਹਾਲਾ ਹਾਈਵੇ ਨੇ ਹਾਲੇ ਤੱਕ ਚੱਲਿਆ, ਉਹ ਨਾ ਹੀ ਹਾਲੇ 3 ਮਹੀਨੇ ਤੱਕ ਚੱਲਣਾ, ਕਿਉਂਕਿ ਉਹਦੀ ਬਹੁਤ ਵੱਡਾ ਹਿੱਸਾ ਜਿਹੜਾ ਹੜ੍ਹ ਦੇ ਨਾਲ ਹੜ੍ਹ ਕੇ ਉਹ ਪਾਸੇ ਚਲਿਆ ਗਿਆ। ਸੋ ਇਕੱਲੇ ਜਿਹੜੇ ਆਪਾਂ ਹਾਈਵੇਜ਼ ਦੀ ਗੱਲਬਾਤ ਕਰੀਏ, ਇੱਕ ਤਾਂ ਟੈਂਪਰੇਰੀ ਰਿਪੇਅਰ ਹੋ ਰਹੀ ਜਿਹੜੀ ਹੁਣ ਹੋ ਰਹੀ ਹੈ, ਫਿਰ ਪੱਕੇ ਤੌਰ ਦੇ ਉੱਤੇ ਰਿਪੇਅਰ ਹੋਣੀ ਬਾਅਦ ਦੇ ਵਿੱਚ। ਇਹ ਬਿਲੀਅਨਸ ਆਫ ਡਾਲਰਸ ਦਾ ਖਰਚਾ ਹੈਗਾ। ਉਹ ਜਿੰਨੀ ਦੇਰ ਤੱਕ ਅਸੀਂ ਉਹਦੇ ਵਾਸਤੇ ਅਸੀਂ ਵੈਸੇ ਆਲਰੇਡੀ ਟੈਂਡਰ ਵਗੈਰਾ ਭੇਜ ਦਿੱਤੇ ਆ। ਜਦੋਂ ਟੈਂਡਰ ਵਾਪਸ ਆਉਂਦੇ ਆ ਕੰਪਨੀਆਂ ਦੇ ਨਾਲ, ਫਾਈਨਲੀ ਸਾਰੀ ਉਹਦੀ ਅਸੈਸਮੈਂਟ ਕਰਕੇ ਫਾਈਨਲੀ ਐਗਰੀਮੈਂਟ ਹੁੰਦੇ, ਉਦੋਂ ਤੁਸੀਂ ਉਹਦੀ ਸਹੀ ਫਿਗਰ ਦੱਸ ਸਕਦੇ ਆ। ਇਸੇ ਤਰੀਕੇ ਨਾਲ ਫਾਰਮਰਸ ਦਾ ਹਾਲੇ ਤੱਕ ਸਾਨੂੰ ਇਹ ਵੀ ਪਤਾ ਨਹੀਂ ਹੈਗਾ ਕਿ ਵੀ ਕਿੰਨੀਆਂ ਗਊਆਂ ਮਰੀਆਂ, ਕਿੰਨੇ ਜਿਹੜੇ ਹੈਗੀਆਂ ਫਸਲਾਂ ਨੇ ਜਿਹੜੀਆਂ ਡੁੱਬ ਚੁੱਕੀਆਂ, ਉਹ ਦੁਬਾਰਾ ਜ਼ਿੰਦਗੀ 'ਚ ਵਾਪਸ ਆ ਸਕਦੀਆਂ, ਕਿੰਨੀਆਂ ਫਸਲਾਂ ਨਹੀਂ ਆ ਸਕਦੀਆਂ। ਸੋ ਉਹਦੀ ਮੁਕੰਮਲ ਤੌਰ ਦੇ ਉੱਤੇ ਜਦੋਂ ਪਾਣੀ ਬੈਠ ਗਿਆ, ਅਸੈਸਮੈਂਟ ਕੀਤੀ ਜਾਊਗੀ। ਉਹਦੇ ਨਾਲ ਇਹ ਵੀ ਹੈ ਕਿ ਜਿਹੜੀ ਜ਼ਮੀਨ ਆ ਉਹ ਕਿੰਨੀ ਡੈਮੇਜ ਹੋ ਚੁੱਕੀ ਹੈ, ਕਿੰਨੇ ਕੈਮੀਕਲ ਉਹਦੇ ਵਿੱਚ ਆ ਚੁੱਕੇ ਨੇ, ਉਹ ਸਾਰੀ ਅਸੈਸਮੈਂਟ ਕਰਨ ਤੋਂ ਬਾਅਦ ਕਿਹੜੀ ਫਸਲ ਮਰ ਚੁੱਕੀ। ਹੁਣ ਮਿਸਾਲ ਦੇ ਤੌਰ ਤੇ ਬੇਰੀ ਦੀ ਫਸਲ ਹੈ, ਬੇਰੀ ਦੀ ਫਸਲ ਦੇ ਉੱਤੇ ਤੇ ਸਬਜ਼ੀ ਉਗਾਉਣ ਵਿੱਚ ਬਹੁਤ ਫਰਕ ਆ। ਬੇਰੀ ਦੀ ਫਸਲ ਜਿਹੜੀ ਜੇ ਦੁਬਾਰਾ ਪੈਦਾ ਕਰਨੀ ਪਵੇ 5 ਸਾਲ ਲੱਗ ਸਕਦੇ। ਸਬਜ਼ੀ ਵਾਲਾ ਨਵੇਂ ਸਿਰੋਂ ਜਿਹੜਾ ਵੇਚ ਕੇ ਉਹ ਆਪਣਾ ਬੀਜ ਕੇ ਉਹ 2 ਮਹੀਨੇ ਦੇ ਵਿੱਚ ਦੁਬਾਰਾ ਸਬਜ਼ੀ ਹੋ ਸਕਦੀ ਹੈ। ਸੋ ਉਹ ਸਾਰੀ ਅਸੈਸਮੈਂਟ ਹਲੇ ਕਰਨੀ ਹੈ। ਉਹ ਕਰਨ ਤੋਂ ਬਾਅਦ ਹੀ ਜਿਹੜੇ ਅਗਲੇ ਪ੍ਰੋਗਰਾਮ ਸਰਕਾਰ ਜਿਹੜੀ ਉਹ ਜਿਹੜੀ ਹੈਗੀ ਆ ਐਲਾਨ ਕਰ ਸਕਦੀ ਹੈ, ਉਹ ਲਿਖ ਸਕਦੀ ਹੈ। ਪਰ ਸਰਕਾਰ ਦੀ ਵਚਨਬੱਧਤਾ ਹੈਗੀ ਆ। ਮੈਂ ਸਰੋਤਿਆਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਕਿ ਸੂਬਾ ਸਰਕਾਰ ਦੀ ਜਿਹੜੇ ਸਾਡੇ ਪ੍ਰੀਮੀਅਰ ਨੇ ਜੌਨ ਹੌਰਗਨ ਜੀ, ਉਹਨਾਂ ਨੇ ਵਚਨਬੱਧਤਾ ਕੀਤੀ ਹੈ। ਨਾਲ ਉਹਨਾਂ ਦੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਮਾਨਯੋਗ ਟਰੂਡੋ ਜੀ, ਉਹਨਾਂ ਨੇ ਵਚਨਬੱਧਤਾ ਦਿੱਤੀ ਹੈ ਜਿੱਥੇ ਜਿੱਥੇ ਵੀ ਫਾਰਮਰ ਸਾਡੇ ਗਏ, ਕਿਉਂਕਿ ਫਾਰਮਰਸ ਦਾ ਨੁਕਸਾਨ ਸਭ ਤੋਂ ਵੱਡਾ ਹੋਇਆ, ਕਿ ਉਹਨਾਂ ਦੀ ਮੁੜ ਬਹਾਲੀ ਦੇ ਲਈ, ਉਹਨਾਂ ਨੂੰ ਦੁਬਾਰਾ ਪ੍ਰੋਡਕਸ਼ਨ ਤੇ ਲਿਆਉਣ ਦੇ ਲਈ ਜੋ ਵੀ ਸਰਕਾਰ ਕਰ ਸਕਦੀ ਹੈ ਉਹ ਸਰਕਾਰ ਕਰੂਗੀ। ਪਰ ਇਹਦੇ ਵਾਸਤੇ ਜਿਹੜਾ ਪੈਂਡਾ ਉਹ ਇਹ ਹੈਗਾ ਕਿ ਉਹਦੀ ਮੁਕੰਮਲ ਅਸੈਸਮੈਂਟ ਪਹਿਲਾਂ ਕੀਤੀ ਜਾਵੇ। ਅਸੈਸਮੈਂਟ ਤੋਂ ਬਾਅਦ ਜਿਹੜੇ ਹੈਗੇ ਉਹਦੇ ਮੁਤਾਬਕ ਜਿਹੜੇ ਪ੍ਰੋਗਰਾਮ ਜਿਹੜੇ ਤਿਆਰ ਕੀਤੇ ਜਾਣਗੇ, ਪ੍ਰੋਗਰਾਮ ਦੇ ਮੁਤਾਬਕ ਬਜਟ ਤਿਆਰ ਕੀਤਾ ਜਾਊਗਾ, ਪੈਕੇਜ ਤਿਆਰ ਕੀਤਾ ਜਾਊਗਾ। ਉਹਦੇ ਮੁਤਾਬਕ ਅਸੀਂ ਅੱਗੇ ਜਾ ਕੇ ਉਸ ਪੈਕੇਜ ਦਾ ਐਲਾਨ ਕਰ ਸਕਦੇ ਹਾਂ। ਪਰ ਇਹ ਹਲੇ ਲੰਮਾ ਸਮਾਂ ਇਸ ਗੱਲ ਤੇ ਲੱਗ ਸਕਦਾ। ਲੰਮਾ ਸਮਾਂ ਫਿਰ ਵੀ ਕਿੰਨਾ ਅੰਦਾਜ਼ਾ ਲਗਾਇਆ ਜਾਏ? ਵੀ ਮੈਂ ਇਹ ਜੇ ਤੁਹਾਨੂੰ ਕਹਿ ਦਿਆਂ ਵੀ ਮਹੀਨਾ ਲੱਗੂਗਾ ਤਾਂ ਉਹ ਗਲਤ ਹੋ, ਕਿਉਂਕਿ ਇਹਦੇ ਤੇ ਅਸੈਸਮੈਂਟ ਦੇ ਉੱਤੇ ਕਿੰਨਾ ਟਾਈਮ ਲੱਗਣਾ, ਔਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀ ਉਹ ਡੈਮੇਜ ਕਿੰਨਾ ਹੋਇਆ, ਜ਼ਮੀਨ ਜਿਹੜੀ ਹੈਗੀ ਉਹਦੇ 'ਚ ਕਿੰਨੇ ਕੈਮੀਕਲ ਨੇ। ਜਿਹੜੀ ਜਾਂ ਹੁਣ ਮਿਸਾਲ ਦੇ ਤੌਰ ਤੇ ਜਿਹੜੇ ਬਲੂਬੇਰੀ ਦਾ ਫਾਰਮ ਹੈ, ਜੇ ਇੱਕ ਫਾਰਮ ਕੰਪਲੀਟ ਤੌਰ ਤੇ ਡੈਮੇਜ ਹੋ ਜਾਂਦਾ ਤਾਂ ਉਹਦੀ ਮੁੜ ਬਹਾਲੀ ਦੇ ਉੱਤੇ 5 ਸਾਲ ਲੱਗ ਸਕਦੇ ਆ। ਦੂਜੇ ਪਾਸੇ ਜਿਹੜਾ ਸਬਜ਼ੀ ਉਗਾਉਣ ਵਾਲਾ ਫਾਰਮ ਹੈ ਉਹਦੇ ਤੇ 6 ਮਹੀਨੇ ਲੱਗ ਸਕਦੇ ਆ। ਇਸੇ ਤਰੀਕੇ ਨਾਲ ਜਿਹੜੇ ਕੈਟਲਸ ਨੇ, ਜੇ ਕੋਈ ਹੁਣ ਬਹੁਤ ਸਾਰੇ ਫਾਰਮਰਸ ਨੇ ਜੋ ਮੈਂ ਸਮਝਦਾ ਕਿ ਉਹਨਾਂ ਦੀਆਂ ਮੁਕੰਮਲ ਤੌਰ ਤੇ ਸਾਰੀਆਂ ਗਊਆਂ ਉਹ ਮਰ ਚੁੱਕੀਆਂ ਨੇ, ਲੇਕਿਨ ਉਹ ਹਲੇ ਤੱਕ ਆਪਣੇ ਬਾਰਨ ਦੇ ਵਿੱਚ ਵੀ ਨਹੀਂ ਜਾ ਸਕੇ, ਕਿਉਂਕਿ ਜਾਣਾ ਉੱਥੇ ਸੇਫ ਨਹੀਂ ਹੈ। ਉਹ ਹੁਣ ਜਾ ਕੇ ਪਤਾ ਲੱਗਣਾ ਉਹਨਾਂ ਨੂੰ, ਜੇ ਉਹਨਾਂ ਦੇ ਕੋਲ 100 ਗਊ ਸੀ, 100 ਦੀ 100 ਗਊ ਮਰ ਗਏ, ਹੁਣ ਦੁਬਾਰਾ ਕਿੱਥੋਂ ਲਿਆਉਣੀ ਹੈ, ਉਹਦਾ ਦੁਬਾਰਾ ਪ੍ਰੋਡਕਸ਼ਨ ਤੇ ਆਉਣ ਤੇ ਕਿੰਨਾ ਸਮਾਂ ਲੱਗਣਾ। ਇਹ ਸਾਰੇ ਵੱਖਰੇ ਵੱਖਰੇ ਇਸ਼ੂ ਨੇ। ਇਹਨਾਂ ਨੂੰ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੁਕੰਮਲ ਅਸੈਸਮੈਂਟ ਹੋਗੀ ਉਦੋਂ ਦੱਸ ਸਕਦੇ ਹਾਂ। ਉਸ ਤੋਂ ਪਹਿਲਾਂ ਇਹ ਕਹਿਣਾ ਬਹੁਤ ਔਖਾ ਹੈ ਕਿ ਵੀ 2 ਮਹੀਨੇ 'ਚ ਕਰ ਲਾਂਗੇ, ਮਹੀਨੇ 'ਚ ਕਰ ਲਾਂਗੇ ਜਾਂ 3 ਮਹੀਨੇ 'ਚ ਕਰ ਲਾਂਗੇ। ਕੁਛ ਅਸੈਸਮੈਂਟ ਜਲਦੀ ਹੋ ਸਕਦੀ ਹੈ, ਕੁਛ ਦੀ ਅਸੈਸਮੈਂਟ ਬੜੀ ਦੇਰ ਵੀ ਹੋ ਸਕਦੀ ਹੈ। ਹਾਂਜੀ ਜਗਰੂਪ ਜੀ, ਇੱਕ ਕੈਟੇਗਰੀ ਵਾਈਜ਼ ਤੁਸੀਂ ਪ੍ਰੋਗਰਾਮ ਬਣਾਓਗੇ, ਜਿਵੇਂ ਕਿ ਹਰ ਕਿਸੇ ਦਾ ਨੁਕਸਾਨ ਵੱਖ-ਵੱਖ ਤਰ੍ਹਾਂ ਦਾ ਹੋਇਆ, ਜਿਵੇਂ ਕਿ ਅਸੀਂ ਗੱਲ ਕੀਤੀ ਹੈਗੀ ਹੈ, ਕਿਸੇ ਦਾ ਪਸ਼ੂਆਂ ਦਾ, ਕਿਸੇ ਦਾ ਫਸਲ ਦਾ ਹੋ ਗਿਆ, ਕਿਸੇ ਦਾ ਬੈਰੀ ਦਾ ਹੋ ਗਿਆ, ਕਿਸੇ ਦੇ ਮਕਾਨ ਜਿਹੜੇ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਨੇ, ਕਈਆਂ ਦੇ ਮਕਾਨ ਢਹਿ ਚੁੱਕੇ ਨੇ ਜਿਹੜੇ ਕਿ ਬੰਨੇ ਨਹੀਂ, ਹੁਣ ਦੁਬਾਰਾ ਉੱਥੇ ਮਿਲਣੇ ਹੀ ਨਹੀਂ ਹੈ। ਸੋ ਇਹ ਸਾਰੀਆਂ ਬਹੁਤ ਸਾਰੀਆਂ ਕੈਟੇਗਰੀਜ਼ ਇਹਦੇ 'ਚ ਵੰਡੀਆਂ ਗਈਆਂ। ਤੁਸੀਂ ਕੈਟੇਗਰੀ ਵਾਈਜ਼ ਹੀ ਜਿਹੜੀ ਹੈ ਉਹ ਹੈਲਪ ਕਰੋਗੇ? ਬਿਲਕੁਲ। ਜੇ ਅਸੀਂ ਇਕੱਲੇ ਫਾਰਮਰਸ ਦੀ ਗੱਲ ਕਰ ਲਈਏ,
ਉਹਦੇ ਬਲੂ ਫਾਰਮਰਸ ਦਾ ਆਪਣਾ ਇੱਕ ਅਸੈਸਮੈਂਟ ਪ੍ਰੋਗਰਾਮ ਹੈ, ਕਿਉਂਕਿ ਉਹਨਾਂ ਦੀ ਆਪਣੀ ਕਿਸਮ ਦੀ ਫਸਲ ਹੈ ਜਿਹੜੀ ਲੰਮਾ ਸਮਾਂ ਲੈਂਦੀ ਹੈ। ਜਿਹੜੇ ਵੈਜੀਟੇਬਲ ਗਰੋਅਰ ਨੇ ਉਹਨਾਂ ਦਾ ਆਪਣਾ ਸਿਸਟਮ ਹੈ, ਜਿਹੜੇ ਪੋਲਟਰੀ ਫਾਰਮ ਵਾਲੇ ਉਹਨਾਂ ਦਾ ਆਪਣਾ ਸਿਸਟਮ ਹੈ, ਜਿਹੜੇ ਡੇਅਰੀ ਫਾਰਮਰ ਨੇ ਉਹਨਾਂ ਦਾ ਆਪਣਾ ਫਾਰਮ ਹੈ ਸਿਸਟਮ ਹੈ, ਜਿਹੜੇ ਕੈਟਲ ਗਰੋਅਰਸ ਨੇ ਜਿਹੜੀਆਂ ਆਪਣਾ ਫੂਡ ਵਾਸਤੇ ਵਰਤੀਆਂ ਜਾਂਦੀਆਂ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ। ਹਾਂਜੀ, ਉਹ ਹਰ ਇੱਕ ਲੈਵਲ, ਹਰ ਫਾਰਮਰ ਦੀ ਆਪਣੀ ਕਿਸਮ ਦੀ ਸਮੱਸਿਆ ਹੈਗੀ, ਉਹਦਾ ਆਪਣੇ ਪੱਧਰ ਦੇ ਉੱਤੇ ਉਹਦੇ ਮੁਤਾਬਕ ਹੀ ਅਸੈਸਮੈਂਟ ਕਰਕੇ ਉਹਦੇ ਮੁਤਾਬਕ ਹੀ ਉਹਨੂੰ ਵਾਪਸ ਲਿਆਉਣ ਵਾਸਤੇ ਜਿਹੜਾ ਉਹ ਕੰਮ ਕੀਤਾ ਜਾਊਗਾ। ਇਸੇ ਤਰੀਕੇ ਨਾਲ ਜਿਹੜਾ ਤੁਸੀਂ ਗੱਲ ਕੀਤੀ ਹੈ, ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ। ਬਹੁਤ ਸਾਰੇ ਘਰ ਐਸੇ ਨੇਗੇ, ਖਾਸ ਕਰਕੇ ਸੂਮਿਸ ਏਰੀਏ ਦੇ ਵਿੱਚ, ਜਿੱਥੇ ਇੰਸ਼ੋਰੈਂਸ ਸ਼ਾਇਦ ਨਹੀਂ ਹੋ ਸਕਦੀ। ਜਿਹੜੀ ਇੰਸ਼ੋਰੈਂਸ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਹੜ੍ਹ ਆ ਸਕਦੇ ਆ, ਉੱਥੇ ਇੰਸ਼ੋਰੈਂਸ ਨਹੀਂ ਕਰਦੀਆਂ। ਉਹਨਾਂ ਲਈ ਅਸੀਂ ਆਲਰੇਡੀ ਪ੍ਰੋਗਰਾਮ ਜਿਹੜੇ ਲਿਖ ਚੁੱਕੇ ਹਾਂ, ਆਲਰੇਡੀ ਐਲਾਨ ਕਰ ਚੁੱਕੇ ਹਾਂ। ਔਰ ਬਹੁਤ ਸਾਰੇ ਜਿਹੜੇ ਫਾਰਮਰਸ ਨੇ ਉਹਨਾਂ ਦੀ ਇੰਸ਼ੋਰੈਂਸ ਹੋ ਸਕਦੀਆਂ, ਜਿੱਥੇ ਇੰਸ਼ੋਰੈਂਸ ਹੋ ਸਕਦੀ ਹੈ ਉੱਥੇ ਵੀ ਸਾਨੂੰ ਦੇਖਣਾ ਪਊਗਾ ਜਿਹਦੀ ਇੰਸ਼ੋਰੈਂਸ ਹੈਗੀ, ਇੰਸ਼ੋਰੈਂਸ ਨੇ ਕਿੰਨੇ ਪੈਸੇ ਦੇਣੇ ਆ, ਕਿ ਉਹਦੇ ਤੇ ਅਸੀਂ ਹੋਰ ਮਦਦ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਇਸ ਵੇਲੇ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ, ਉਹਦੀ ਅਸੈਸਮੈਂਟ ਕਰਨ ਵਾਸਤੇ। ਤੇ ਸਰਕਾਰ ਦਿਨ ਰਾਤ ਇੱਕ ਲਾ ਕੇ ਕੰਮ ਕਰ ਰਹੀ ਹੈ। ਮੈਂ ਸਮਝਦਾ ਕਿ ਮੁਕੰਮਲ ਫੋਕਸ ਸਰਕਾਰ ਦਾ BC ਦਾ ਇਸ ਵੇਲੇ ਜਿਹੜਾ ਇਹ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ, ਕਿ ਜਿਹੜੇ ਵੀ ਲੋਕ ਇਹਦੇ 'ਚ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਜ਼ਿੰਦਗੀ 'ਚ ਨਾਰਮਲ ਦੁਬਾਰੇ ਕਿਵੇਂ ਲਿਆਂਦਾ ਜਾ ਸਕਦਾ। ਜਗਰੂਪ ਜੀ, ਕਈ ਲੋਕ ਹੁਣ ਜਿਹੜੇ ਪ੍ਰਭਾਵਿਤ ਹੋਏ ਨੇ, ਕਈ ਉਹ ਲੋਕ ਨੇ ਜਿਨ੍ਹਾਂ ਨੂੰ ਉੱਥੋਂ ਕੱਢ ਕੇ ਕਿਤੇ ਕਿਸੇ ਸ਼ੈਲਟਰਾਂ 'ਚ ਜਿੱਥੇ ਵੀ ਥਾਂ ਮਿਲੀ, ਕਿਸੇ ਦੇ ਰਿਸ਼ਤੇਦਾਰਾਂ ਦੇ ਘਰ ਜਾਂ ਜਿੱਥੇ ਵੀ ਉਹ ਜਾ ਸਕਦੇ ਸੀ, ਉਹਨਾਂ ਨੂੰ ਉਹ ਛੱਡਣਾ ਪਿਆ ਸਾਰਾ ਕੁਝ। ਹੁਣ ਜਦੋਂ ਵਾਪਸ ਜਾਣਗੇ ਪਤਾ ਨਹੀਂ ਉਹ ਘਰ ਹੋਣੇ ਵੀ ਹੈ ਜਾਂ ਨਹੀਂ। ਜੀ, ਹੁਣ ਉਹ ਲੋਕਾਂ ਦੀ ਇੱਕ ਕੈਟੇਗਰੀ ਵੀ ਸ਼ਾਮਿਲ ਹੈ ਅਜਿਹੇ ਦੇ ਵਿੱਚ। ਉਹਨਾਂ ਵਾਸਤੇ ਕੁਝ ਪ੍ਰੋਗਰਾਮ ਵੀ ਐਲਾਨੇ ਗਏ ਸੀਗੇ ਵੀ ਤੁਸੀਂ ਅਪਲਾਈ ਕਰੋ ਰੂਟੀਨ ਬੇਸ ਦੇ ਉੱਤੇ, ਜਿਹੜਾ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਜਾਂ ਉਹ ਕਿਵੇਂ ਹੈ, ਕਿੰਨੇ ਪੈਸੇ ਉਹਨਾਂ ਨੂੰ ਮਿਲਣਗੇ ਜਿਹਨਾਂ ਨਾਲ ਉਹਨਾਂ ਦਾ ਗੁਜ਼ਾਰਾ ਇਹਨਾਂ ਦਿਨਾਂ ਦੇ ਵਿੱਚ ਹੋ ਸਕੇ। ਉਸ ਪ੍ਰੋਗਰਾਮ ਬਾਰੇ ਜਾਣਨਾ ਚਾਹਾਂਗੇ ਵੀ ਉਹ ਪ੍ਰੋਗਰਾਮ ਦਾ ਕੀ ਨਾਮ ਹੈ। ਤੇ ਕਈ ਲੋਕ ਕਨਫਿਊਜ਼ ਨੇ, ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਵੀ ਉਸ ਪ੍ਰੋਗਰਾਮ ਤੱਕ ਅਸੀਂ ਵਿਜ਼ਿਟ ਕਰਨਾ ਹੈ, ਅਸੀਂ ਉਸ ਪ੍ਰੋਗਰਾਮ ਤੋਂ ਜੇ ਮਦਦ ਲੈਣੀ ਹੈ ਤਾਂ ਕਿਵੇਂ ਲਈ ਜਾਵੇ। ਸੋ ਇਹਦੇ ਬਾਰੇ ਥੋੜਾ ਜਿਹਾ ਪਲੀਜ਼ ਵਿਸਥਾਰ ਨਾਲ ਸਾਨੂੰ ਦੱਸੋ। ਜੀ, ਪਹਿਲੀ ਗੱਲ ਆਪਾਂ ਜਿਵੇਂ ਜ਼ਿਕਰ ਕਰ ਚੁੱਕੇ ਹਾਂ ਕਿ ਜਦੋਂ ਵੀ ਅਸੀਂ ਇਵੈਕੂਏਸ਼ਨ ਆਰਡਰ ਕਰਦੇ ਹਾਂ ਉਹ ਸਰਕਾਰ ਦੇ ਹੁਕਮ ਨੇ। ਇਹਦਾ ਮਤਲਬ ਇਹ ਜੇ ਕਹਿ ਦਈਏ ਹੁਣ ਸਰੀ ਨਿਊਟਨ ਦੇ ਲੋਕਾਂ ਨੂੰ ਛੱਡ ਕੇ ਜਾਣਾ ਪਊ ਕਿਉਂਕਿ ਖਤਰਾ ਹੜ੍ਹਾਂ ਦਾ ਬਣ ਚੁੱਕਿਆ, ਤਾਂ ਉਹਦੇ 'ਚ ਬਕਾਇਦਾ ਤੌਰ ਦੇ ਉੱਤੇ ਉਹਦੀ ਬਾਉਂਡਰੀ ਲਿਖੀ ਜਾਂਦੀ ਹੈ, ਤਾਂ ਉਹਦੇ ਵਿੱਚ ਹੁਕਮ ਜਾਰੀ ਕੀਤੇ ਜਾਂਦੇ। ਉਹਦੇ 'ਚ ਫਿਰ ਦੁਬਾਰਾ ਜਾ ਕੇ ਪੁਲਿਸ ਵੀ ਡੋਰ ਨੌਕ ਕਰਦੀ ਹੈ ਤਾਂ ਕਿ ਲੋਕਾਂ ਦੀ ਸੇਫਟੀ ਜਿਹੜੀ ਹੈਗੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਉਹਨਾਂ ਨੂੰ ਕੱਢਣਾ, ਇਕੱਲੇ ਕੱਢਣ ਦੇ ਹੁਕਮ ਨਹੀਂ ਦੇਣੇ, ਨਾਲ ਅਸੀਂ ਲੱਭਣਾ ਵੀ ਇਹਨਾਂ ਨੂੰ ਲੈ ਕੇ ਕਿੱਥੇ ਜਾਣਾ। ਇੱਥੇ ਸ਼ਹਿਰ ਦੇ ਵਿੱਚ ਕਿੰਨੇ ਹੋਟਲਸ ਨੇਗੇ, ਕਿੱਥੇ ਕਿੱਥੇ ਰੂਮ ਮਿਲ ਸਕਦੇ ਆ, ਸਾਰੇ ਰੂਮ ਬੁੱਕ ਕਰਾਏ ਜਾਂਦੇ ਆ। ਜੇ ਉਦੋਂ ਵੀ ਗਿਣਤੀ ਵੱਧ ਜਾਏ ਤਾਂ ਫਿਰ ਜਿਹੜਾ ਕੋਈ ਸਕੂਲ ਖੁਲਾਇਆ ਜਾਂਦਾ, ਕੋਈ ਚਰਚ ਖੁਲਾਈ ਜਾਂਦੀ ਹੈ, ਕੋਈ ਗੁਰੂ ਘਰ ਨੂੰ ਕਿਹਾ ਜਾ ਸਕਦਾ, ਵਗੈਰਾ ਵਗੈਰਾ ਵਗੈਰਾ। ਸੋ ਪਹਿਲਾ ਤਾਂ ਸਟੈਪ ਇਹ ਹੈਗਾ ਕਿ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਫਿਰ ਖਾਣੇ ਦਾ ਪ੍ਰਬੰਧ ਕੀਤਾ ਜਾਵੇ। ਉਸ ਤੋਂ ਇਲਾਵਾ ਸਰਕਾਰ ਨੇ ਇੱਕ ਪ੍ਰੋਗਰਾਮ ਹੋਰ ਐਲਾਨ ਕੀਤਾ ਸੀ ਕਿ ਜਿਹੜੇ ਪਰਿਵਾਰਾਂ ਨੂੰ ਘਰ ਛੱਡ ਕੇ ਜਾਣ ਵਾਸਤੇ ਕਿਹਾ ਗਿਆ ਸੀ ਉਹਨਾਂ ਨੂੰ $2000 ਹੋਰ, ਕਿ ਕਈਆਂ ਦੇ ਪੈਸੇ ਸ਼ਾਇਦ ਉਦੋਂ ਵੱਧ ਖਰਚ ਹੋ ਗਏ ਹੋਣ, ਤਾਂ ਉਹ ਐਲਾਨ ਸਰਕਾਰ ਨੇ ਕੀਤਾ ਸੀਗਾ। ਉਹ ਜਿਹੜਾ $2000 ਹੈਗਾ ਉਹ ਰੈੱਡ ਕਰਾਸ ਰਾਹੀਂ ਮਿਲ ਸਕਦਾ। ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਫੋਨ ਲਾਈਨ ਉਹਨਾਂ ਦੀ ਖੁੱਲ੍ਹੀ ਹੈ। ਕਈ ਥਾਵਾਂ ਦੇ ਉੱਤੇ ਜਿਹੜੇ ਅਫੈਕਟਡ ਏਰੀਆ ਨੇ ਜ਼ਿਆਦਾ, ਜਿਵੇਂ ਐਬਸਫੋਰਡ ਹੋਇਆ, ਚਿਲਾਵਾਕ ਹੋਇਆ, ਉੱਥੇ ਉਹਨਾਂ ਦੇ ਵਾਕ ਇਨ ਕਲੀਨਿਕ ਵੀ ਹੈਗੇ ਆ। ਪਰ ਜਿਹੜਾ ਉਹਨਾਂ ਦਾ ਫੋਨ ਨੰਬਰ ਹੈਗਾ ਉਹ ਮੈਂ ਤੁਹਾਨੂੰ ਦੇ ਸਕਦਾ ਇਸ ਵੇਲੇ। ਉਹਨਾਂ ਦਾ ਫੋਨ ਨੰਬਰ ਜਿਹੜਾ ਹੈਗਾ 1-800-863-6582 1-800 865-6582 ਇਹ ਨੰਬਰ ਹੈਗਾ ਜੀ। ਇਹਦੇ ਤੇ ਉਹ ਫੋਨ ਕਰ ਸਕਦੇ ਆ। ਔਰ ਇਹਦੇ ਉੱਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਹੁਣ ਤੱਕ ਜਿਹੜਾ 3 ਦਸੰਬਰ ਤੱਕ ਜਿਹੜੇ ਅੰਕੜੇ ਨੇਗੇ ਉਹਦੇ ਮੁਤਾਬਕ ਜਿਹੜਾ ਹੈਗਾ 7000 ਫੈਮਿਲੀ ਉਹਦੇ ਤੋਂ ਪੈਸੇ ਲੈ ਚੁੱਕੀ ਹੈ। ਜਿਹੜਾ ਕੁੱਲ ਮਿਲਾ ਕੇ ਕੋਈ $8.5 ਮਿਲੀਅਨ ਜਿਹੜਾ ਹੈਗਾ ਉਹ ਡਿਸਟਰੀਬਿਊਟ ਕੀਤਾ ਜਾ ਚੁੱਕਿਆ ਜੀ। ਜਗਰੂਪ ਜੀ, ਕਈ ਵਾਰੀ ਇਹ ਹੁੰਦਾ ਵੀ ਜਿਵੇਂ ਹੁਣ ਕਿੰਨਾ ਐਸਟੀਮੇਟ ਲਗਾਇਆ ਜਾਣਾ ਜਾਂ ਕਿਵੇਂ ਹੋਣਾ ਜਾਂ ਮਦਦ ਹੋਰ ਕਿਵੇਂ ਜਿਹੜੀ ਅੱਗੇ ਵਧਾਉਣੀ ਹੈ, ਜਿਹਦੀ ਸਮਾਂ ਤਾਰੀਖ ਅਸੀਂ ਕੋਈ ਮਿੱਥ ਨਹੀਂ ਸਕਦੇ। ਜਿਵੇਂ ਕਿ ਤੁਸੀਂ ਦੱਸਿਆ ਵੀ ਮੁਸ਼ਕਿਲ ਹੈ ਦੱਸਣਾ ਵੀ 1 ਮਹੀਨੇ 'ਚ ਠੀਕ ਹੋ ਜਾਏਗਾ ਜਾਂ 2 ਮਹੀਨੇ 'ਚ ਕਿੰਨੇ ਸਾਲ ਲੱਗ ਜਾਣ। ਠੀਕ ਹੈ, ਇਹ ਗੱਲ ਤੁਸੀਂ ਆਪਣੇ ਤੌਰ ਦੇ ਉੱਤੇ ਕਹਿ ਸਕਦੇ ਹੋ ਕਿ ਵਾਕਈ ਇਹਨਾਂ ਚੀਜ਼ਾਂ ਨੂੰ ਸਮਾਂ ਲੱਗ ਸਕਦਾ ਹੈਗਾ। ਪਰ ਕੁਛ ਲੋਕ ਜਿਹੜੇ ਨੇ, ਖਾਸ ਕਰਕੇ ਜਿਹੜੇ ਪ੍ਰਭਾਵਿਤ ਹੋਏ ਨੇ, ਜਿਹੜੇ ਇਸ ਵੇਲੇ ਇੱਕ ਕਹਿ ਲਓ ਇੱਕ ਇੱਦਾਂ ਦੇ ਜ਼ੋਨ ਦੇ ਵਿੱਚ ਨੇ ਜਿਨ੍ਹਾਂ ਕੋਲ ਜਾ ਕੇ ਖੜੋ ਤਾਂ ਸ਼ਾਇਦ ਉਹਨਾਂ ਦੀ ਅੱਖਾਂ 'ਚੋਂ ਜਿਹੜੇ ਹੰਝੂ ਨੇ ਉਹ ਰੁਕਦੇ ਨਹੀਂ ਹੈ। ਬਿਲਕੁਲ ਠੀਕ ਹੈ। ਉਹ ਕਹਿੰਦੇ ਨੇ ਸਾਨੂੰ ਇਹ ਲੱਗਦਾ ਹੈ ਵੀ ਸੂਬਾ ਸਰਕਾਰ ਫੈਡਰਲ ਦੇ ਉੱਤੇ ਪਾ ਦਿੰਦੀ ਹੈ, ਫੈਡਰਲ ਕਹਿੰਦੀ ਸੂਬਾ ਸਰਕਾਰ ਨੂੰ ਪੈਸਾ ਜੇ ਜਾਂਦਾ ਹੈ ਇੱਦਾਂ ਦੇ ਡਿਜ਼ਾਸਟਰ ਲਈ ਵੀ ਉਹਨਾਂ ਨੂੰ ਜਾਂਦਾ ਹੈ, ਸਾਰੀ ਗ੍ਰਾਂਟ ਜਾਂਦੀ ਹੈ। ਜੇ ਉਹ ਹੈਲਪ ਕਰਨਗੇ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਸਾਰੀ ਕਰਨੀ। ਹੁਣ ਉਹ ਕਹਿੰਦੇ ਸੂਬਾ ਸਰਕਾਰ ਤੇ ਜਿਹੜੀ ਆਪਣੀ ਫੈਡਰਲ ਸਰਕਾਰ ਹੈ, ਦੋਨਾਂ ਦੇ ਵਿੱਚ ਅਸੀਂ ਉਲਝ ਰਹੇ ਹਾਂ, ਜਿਹਦੇ 'ਚ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ ਸਰਕਾਰਾਂ ਆਪਸ 'ਚ ਉਲਝ ਜਾਂਦੀਆਂ ਨੇ, ਸੂਬਾ ਸਰਕਾਰ ਜਾਂ ਫਿਰ ਫੈਡਰਲ ਸਰਕਾਰ, ਤੇ ਉਹਦਾ ਮਤਲਬ ਹੁੰਦਾ ਵੀ ਠੰਡੇ ਬਸਤੇ 'ਚ ਮੁੱਦਾ ਪਾ ਦਿਓ। ਕੀ ਅਜਿਹਾ ਹੈ? ਨਹੀਂ, ਦੇਖੋ ਇਹਨਾਂ ਮੁਲਕਾਂ ਦੀ ਖੂਬਸੂਰਤੀ ਇਹ ਹੈਗੀ ਹੈ ਕਿ ਇੱਥੇ ਇਹਦੇ 'ਚ ਸਾਰਾ ਐਮਰਜੈਂਸੀ ਸਿਸਟਮ ਸਾਡਾ ਹੈਗਾ,
ਇਹ ਨਹੀਂ ਵੀ ਕਿ ਉਹ ਜਦੋਂ ਕੋਈ ਹੜ੍ਹ ਆ ਗਿਆ ਤੇ ਫਿਰ ਬੈਠ ਕੇ ਕਹਿੰਦੇ ਆ ਵੀ ਕਿਹਨੇ ਕੀ ਕਰਨਾ। ਉਹ ਬਕਾਇਦਾ ਤੌਰ ਦੇ ਉੱਤੇ ਪਾਲਿਸੀ ਦੇ ਥੱਲੇ ਲਿਖਿਆ ਹੋਇਆ। ਜਿਹੜਾ ਪਹਿਲਾ ਰਿਸਪਾਂਸ ਜਦੋਂ ਵੀ ਕੋਈ ਹੜ੍ਹ ਆਉਂਦਾ ਹੈ ਜਾਂ ਕੋਈ ਕੁਦਰਤੀ ਆਫਤ ਆਉਂਦੀ ਹੈ, ਭੁਚਾਲ ਆ ਜਾਂਦਾ ਵਗੈਰਾ ਵਗੈਰਾ, ਸਭ ਤੋਂ ਪਹਿਲਾ ਰਿਸਪਾਂਸ ਜਿਹੜਾ ਕਰਨ ਵਾਲੀ ਸਰਕਾਰ ਹੈਗੀ ਉਹ ਲੋਕਲ ਸਰਕਾਰ ਹੈ। ਉਹਦਾ ਕਾਰਨ ਇਹ ਹੈ ਕਿ ਲੋਕਲ ਸਰਕਾਰ ਨੂੰ ਪਤਾ ਹੁੰਦਾ ਵੀ ਸਾਡੀ ਸੜਕ ਕਿਹੜੀ ਕਿੱਥੋਂ ਕਿੱਧਰ ਨੂੰ ਜਾਂਦੀ ਹੈ, ਉੱਥੇ ਪਾਈਪਲਾਈਨ ਕਿਹੜੀ ਕਿੱਥੇ ਹੈ। ਉਹ ਆਪਣੇ ਸ਼ਹਿਰ ਬਾਰੇ ਬਹੁਤ ਬਰੀਕੀ ਜਾਣਦੇ ਹੁੰਦੇ। ਇਸ ਕਰਕੇ ਪਹਿਲੀ ਜਿਹੜੀ ਰਿਸਪੌਂਸ ਲਾਈਨ ਹੈਗੀ ਆ ਉਹ ਜਿਹੜੀ ਲੋਕਲ ਸਰਕਾਰ ਹੁੰਦੀ ਹੈ। ਜੇ ਲੋਕਲ ਸਰਕਾਰ ਸਾਨੂੰ ਆ ਕੇ ਕਵੇ ਸੂਬਾ ਸਰਕਾਰ ਨੂੰ ਵੀ ਸਾਡੇ ਵਿੱਤ ਤੋਂ ਬਾਹਰ ਗੱਲ ਨਿਕਲ ਚੁੱਕੀ ਹੈ, ਫਿਰ ਸੂਬਾ ਸਰਕਾਰ ਆ ਕੇ ਉਹਨਾਂ ਨੂੰ ਮਦਦ ਕਰਦੀ ਹੈ। ਕਈ ਵਾਰੀ ਲੋਕਲ ਸਰਕਾਰ ਕਹਿੰਦੀ ਹੈ ਕੋਈ ਕਾਨੂੰਨ ਲਾਗੂ ਕਰਨੇ ਪੈਂਦੇ ਵੀ ਸਾਡੇ ਵਾਸਤੇ ਐਮਰਜੈਂਸੀ ਡਿਕਲੇਅਰ ਕਰ ਦਿਓ, ਅਸੀਂ ਜਾ ਕੇ ਐਮਰਜੈਂਸੀ ਡਿਕਲੇਅਰ ਕਰ ਦਿੰਦੇ ਹਾਂ। ਉਹਦੇ ਥੱਲੇ ਜਿਹੜੇ ਪ੍ਰੋਗਰਾਮ ਛੇਤੀ ਜਿਹੜੇ ਦਿੱਤੇ ਜਾ ਸਕਦੇ ਆ। ਉਸ ਤੋਂ ਬਾਅਦ ਜਦੋਂ ਕਈ ਸ਼ਹਿਰਾਂ 'ਚ ਨੁਕਸਾਨ ਹੋ ਜਾਂਦਾ ਉਹਦੇ 'ਚ ਫਿਰ ਜਿਹੜਾ ਕੋਆਰਡੀਨੇਸ਼ਨ ਦਾ ਕੰਮ ਹੈ ਉਹ ਸੂਬਾ ਸਰਕਾਰ ਕਰਦੀ ਹੈ। ਇਸੇ ਤਰੀਕੇ ਨਾਲ ਜੇ ਸੂਬਾ ਸਰਕਾਰ ਨੂੰ ਵੀ ਲੱਗੇ ਵੀ ਸਾਡੇ ਕੋਲ ਸਾਧਨ ਘੱਟ ਨੇਗੇ, ਸਾਨੂੰ ਸਾਧਨ ਅਲਬਰਟਾ ਤੋਂ ਹੋਰ ਲਿਆਉਣ ਦੀ ਲੋੜ ਹੈ, ਸਾਨੂੰ ਸਾਧਨ ਹੋਰ ਸੂਬਿਆਂ ਤੋਂ ਲਿਆਉਣ ਦੀ ਲੋੜ ਹੈ, ਜਾਂ ਸਾਨੂੰ ਅਮਰੀਕਾ ਨਾਲ ਗੱਲ ਕਰਨ ਦੀ ਲੋੜ ਹੈਗੀ ਹੈ, ਤਾਂ ਅਸੀਂ ਫਿਰ ਫੈਡਰਲ ਸਰਕਾਰ ਨੂੰ ਕਹਿੰਦੇ ਹਾਂ। ਫਿਰ ਫੈਡਰਲ ਸਰਕਾਰ ਉਸ ਜਿਹੜੀ ਹੈਗੀ ਆ ਉਹਦੇ ਵਿੱਚ ਆਉਂਦੇ ਆ। ਇਹਦੇ 'ਚ ਜਿਹੜਾ ਇਸ ਵੇਲੇ ਮੇਨ ਡਰਾਈਵਰ ਹੈਗਾ, ਜਿੱਥੋਂ ਤੱਕ ਤਾਂ ਲੋਕਲ ਗੱਲ ਹੈਗੀ ਤਾਂ ਲੋਕਲ ਸਰਕਾਰ ਹੈਗੀ ਹੈ। ਪਰ ਜਿਹੜੀ ਕਿਸਾਨਾਂ ਦੀ ਮੁੜ ਬਹਾਲੀ ਦੀ ਆਪਾਂ ਗੱਲ ਕਰਦੇ ਹਾਂ, ਹਾਈਵੇ ਸਾਰੇ ਮੁੜ ਬਹਾਲੀ ਦੀ ਗੱਲ ਕਰਦੇ ਹਾਂ, ਉਹ ਮੋਟੇ ਤੌਰ ਦੇ ਉੱਤੇ ਜਿਹੜਾ ਉਹਦਾ ਮੇਨ ਪਲੇਅਰ ਹੈਗਾ ਉਹ ਸੂਬਾ ਸਰਕਾਰ ਹੈ। ਔਰ ਸੂਬਾ ਸਰਕਾਰ ਜਿਹੜੀ ਫੈਡਰਲ ਸਰਕਾਰ ਦੇ ਨਾਲ ਕਿਉਂ ਗੱਲ ਕਰਦੀ ਹੈ, ਕਿਉਂਕਿ ਜਿਹੜੇ ਇਹ ਲੋਕ ਨੇਗੇ ਇਹ ਫੈਡਰਲ ਸਰਕਾਰ ਨੂੰ ਵੀ ਵੋਟਾਂ ਪਾਉਂਦੇ, ਫੈਡਰਲ ਸਰਕਾਰ ਵੀ ਸਾਡੀ ਆਪਣੀ ਸਰਕਾਰ ਹੈ। ਸੋ ਇਸ ਕਰਕੇ ਉਹ ਜਿਹੜਾ ਲਗਾਤਾਰ ਗੱਲਬਾਤ ਕਰਦੇ ਉਹ ਇਸ ਕਰਕੇ ਕਰਦੇ ਆ ਵੀ ਜਦੋਂ ਅਸੀਂ ਕੱਲੀ ਚੀਜ਼ ਦੀ ਅਸੈਸਮੈਂਟ ਕਰਕੇ ਕਹਿੰਦੇ ਆ ਵੀ ਇਹਦੇ ਤੇ ਮਿਸਾਲ ਦੇ ਤੌਰ ਦੇ ਉੱਤੇ ਵੀ ਹਾਈਵੇ ਸਾਨੂੰ ਮੁੜ ਬਹਾਲ ਕਰਨ ਵਾਸਤੇ $3 ਬਿਲੀਅਨ ਲੱਗਣਾ, ਤੇ ਫਿਰ ਅਸੀਂ ਫੈਡਰਲ ਸਰਕਾਰ ਨੂੰ ਗੱਲ ਕਰਦੇ ਹਾਂ ਵੀ ਤੁਸੀਂ ਇਹਦੇ ਵਿੱਚੋਂ ਕਿੰਨਾ ਦੇ ਸਕਦੇ। ਤਾਂ ਉਹ ਫਿਰ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਆਲਰੇਡੀ ਵਚਨਬੱਧਤਾ ਸਾਨੂੰ ਦੇ ਕੇ ਜਾ ਚੁੱਕੇ ਆ ਵੀ ਅਸੀਂ ਇਹਦੇ 'ਚ ਪੂਰਾ ਆਪਦਾ ਹਿੱਸਾ ਪਾਵਾਂਗੇ। ਸੋ ਮਿਨਿਸਟਰ ਹੁਣ ਸਾਰੇ ਮਿਨਿਸਟਰ ਇੱਥੇ ਬੈਠੇ, ਉਹ ਮਿਨਿਸਟਰ ਆਪਣੇ ਪੱਧਰ ਤੇ ਗੱਲਬਾਤ ਕਰ ਰਹੇ, ਪਰ ਇਹਦੇ 'ਚ ਕੋਈ ਠੰਡੇ ਬਸਤੇ 'ਚ ਗੱਲ ਨਹੀਂ ਗੀ। ਇਹਦੇ 'ਚ ਬੜੀ ਤੇਜ਼ੀ ਨਾਲ ਗੱਲ ਜਿਹੜਾ ਕੰਮ ਚੱਲ ਰਿਹਾ। ਇੱਥੇ ਇਹ ਨਹੀਂ ਹੁੰਦਾ, ਇੱਥੇ ਮੈਂ ਕਹਿ ਦਿਆਂ ਕਿ ਐਲਾਨ ਪਹਿਲਾਂ ਹੋ ਜਾਂਦਾ, ਹਿਸਾਬ ਕਿਤਾਬ ਬਾਅਦ 'ਚ ਕੀਤਾ ਜਾਂਦਾ। ਇੱਥੇ ਨਹੀਂ ਹੁੰਦਾ, ਬਹੁਤ ਸਾਰੇ ਥਾਵਾਂ ਤੇ ਹੋ ਜਾਂਦਾ ਵੀ ਬਣਦੇ ਸਰ ਐਲਾਨ ਕਰ ਦਿਓ, ਬਾਅਦ 'ਚ ਦੇਖੀ ਜੋਗੀ ਹੁੰਦਾ। ਇੱਥੇ ਪਹਿਲਾਂ ਸਾਰਾ ਹਿਸਾਬ ਕਿਤਾਬ ਕਰਨ ਤੋਂ, ਪਹਿਲੇ ਅਸੈਸਮੈਂਟ ਕਰਨ ਤੋਂ ਵੀ ਐਕਚੁਅਲ ਅਸੈਸਮੈਂਟ ਤੇ ਖਰਚ ਜਿਹੜਾ ਉਹਦਾ ਡੈਮੇਜ ਕਿੰਨਾ ਹੈ, ਉਹਨੂੰ ਦੁਬਾਰਾ ਮੁੜ ਬਹਾਲ ਕਰਨ ਵਾਸਤੇ ਕਿੰਨਾ ਪੈਸਾ ਲੱਗੂਗਾ, ਜਦੋਂ ਉਹ ਤੈਅ ਹੋ ਜਾਂਦਾ ਉਸ ਤੋਂ ਬਾਅਦ ਹੀ ਫਿਰ ਦੋ ਸਰਕਾਰਾਂ ਆਪਣੇ ਫੈਸਲਾ ਕਰਕੇ ਤੇ ਫਿਰ ਉਹ ਆਪਣੇ ਟ੍ਰੈਜਰੀ ਬੋਰਡ ਕੋਲੇ ਲਿਆ ਕੇ ਉਹ ਸਾਰਾ ਜਿਹੜਾ ਖਰਚਾ ਪਾਸ ਕਰਾ ਕੇ ਤੇ ਉਹਦੀ ਐਲਾਨਨਾਮਾ ਫੇਰ ਹੁੰਦਾ ਜਦੋਂ ਸਾਰੀ ਵਚਨਬੱਧਤਾ ਉਹ ਹੋ ਜਾਏ। ਸੋ ਉਸ ਪ੍ਰੋਸੈਸ ਦੇ ਵਿੱਚ ਹੈਗਾ। ਪਰ ਮੈਂ ਜਿਵੇਂ ਤੁਹਾਨੂੰ ਪਹਿਲੀ ਗੱਲ ਕਹੀ ਹੈ, ਪਹਿਲਾ ਆਪਣਾ ਪਬਲਿਕ ਸੇਫਟੀ ਦਾ ਸੀਗਾ, ਉਹਦੇ 'ਚ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਚੁੱਕਿਆ 17,000 ਲੋਕਾਂ ਨੂੰ ਸਪੋਰਟ ਕੀਤਾ। ਉਹਦੇ ਸਾਰੇ ਹਾਈਵੇ ਟੈਂਪਰੇਰੀ ਤੌਰ 'ਤੇ ਰਿਪੇਅਰ ਕਰ ਦਿੱਤੇ ਗਏ ਆ। 275 ਵੱਡੀਆਂ ਕਰੇਨਾਂ ਜਿਹੜੀਆਂ ਹੈਗੀਆਂ ਵੱਖਰੇ ਥਾਵਾਂ 'ਤੇ ਖੜੀਆਂ ਕੀਤੀਆਂ ਹੋਈਆਂ ਤਾਂ ਕਿ ਜਿੱਥੇ ਕੋਈ ਡੈਮੇਜ ਹੁੰਦਾ ਉੱਥੇ ਜਾ ਕੇ ਨਾਲ ਦੇ ਉਹਨੂੰ ਰਿਪੇਅਰ ਕੀਤਾ ਜਾਵੇ। ਇਸੇ ਤਰੀਕੇ ਨਾਲ ਜਿੱਥੇ ਲੋੜ ਸੀ ਖਾਣੇ ਦੀ, ਈਵਨ ਗਊਆਂ ਨੂੰ ਖਾਣੇ ਦੀ ਲੋੜ ਸੀਗੀ, ਉੱਥੇ ਹੈਲੀਕਾਪਟਰ ਰਾਹੀਂ ਖਾਣਾ ਸਿੱਟਿਆ ਗਿਆ। ਇਸ ਵੇਲੇ ਅਸੀਂ ਉਹਦੇ 'ਚੋਂ ਨਿਕਲ ਚੁੱਕੇ ਹਾਂ, ਖਤਰੇ 'ਚੋਂ। ਇਸ ਵੇਲੇ ਰਿਕਵਰੀ ਦੀ ਗੱਲ ਹੈ ਉਹਦੀ ਮੁਕੰਮਲ। ਹੁਣ ਅੱਜ ਵੀ ਸਾਡੇ ਐਗਰੀਕਲਚਰ ਮਿਨਿਸਟਰ ਨੇ ਇੱਥੇ ਨੇ, ਕੱਲ੍ਹ ਸਾਡੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਸੀਗੇ, ਮੈਰਿਟ ਸੀਗੇ, ਸੋ ਉਹ ਲਗਾਤਾਰ ਜਿਹੜੇ ਲੋਕਾਂ ਦੇ ਨਾਲ ਸੰਪਰਕ ਰੱਖਿਆ ਹੋਇਆ। ਔਰ 1500 ਫਾਰਮਰ ਹੈ ਜਿਨ੍ਹਾਂ ਦੇ ਨਾਲ ਜਿਹੜੀ ਮਿਨਿਸਟਰੀ ਆਫ ਐਗਰੀਕਲਚਰ ਹੈ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਹੈ, ਉਹਨਾਂ ਦੀ ਫੀਡਬੈਕ ਲੈ ਰਹੀ ਹੈ। ਹੁਣ ਪਿਛਲੇ ਹਫ਼ਤੇ ਆ ਕੇ ਜਿਹੜੇ ਸਾਡੇ ਮਿਨਿਸਟਰ ਆਫ ਐਗਰੀਕਲਚਰ ਸੂਬੇ ਦੇ ਨੇ, ਲੈਨਾ ਪਾਪਮ ਜੀ, ਜਿਹੜੇ ਸਾਡੇ ਫੈਡਰਲ ਮਿਨਿਸਟਰ ਨੇ ਐਗਰੀਕਲਚਰ ਦੇ ਨੇ, ਉਹਨਾਂ ਇਕੱਠਿਆਂ ਹੋ ਕੇ ਉਹਨਾਂ ਨੇ ਜਿਹੜੇ 50 ਨੁਮਾਇੰਦੇ ਨੇ ਸਾਰੀਆਂ ਜਥੇਬੰਦੀਆਂ ਦੇ, ਵੱਖਰੇ ਜਿਹੜੀਆਂ ਫਾਰਮਰ ਦੀਆਂ ਜਥੇਬੰਦੀਆਂ ਨੇ, ਉਹਨਾਂ ਦੇ 50 ਨੁਮਾਇੰਦਿਆਂ ਦੇ ਨਾਲ 2 ਘੰਟੇ ਦੀ ਰਾਊਂਡ ਟੇਬਲ ਡਿਸਕਸ਼ਨ ਕੀਤੀ ਹੈ ਵੀ ਅਸੀਂ ਤੁਹਾਡੀ ਮਦਦ ਕੀ ਕਰ ਸਕਦੇ ਹਾਂ, ਉਹ ਸਟੈਪ ਕੀ ਨੇ, ਤਾਂ ਕਿ ਅਸੀਂ ਸਮਝ ਸਕੀਏ ਕਿ ਜਦੋਂ ਅਸੀਂ ਪੈਕੇਜ ਤਿਆਰ ਕਰਨਾ ਉਹਦੇ ਵਿੱਚ ਕੋਈ ਗੈਪ ਨਾ ਹੋਵੇ। ਸੋ ਇਹ ਪ੍ਰੋਸੈਸ ਇਸ ਵੇਲੇ ਚੱਲ ਰਿਹਾ। ਓਕੇ ਜਗਰੂਪ ਜੀ, ਤੁਸੀਂ ਚੁਣੇ ਗਏ ਨੁਮਾਇੰਦੇ ਹੋ, ਕਮਿਊਨਿਟੀ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰਦੇ ਹੋ। ਕਈ ਲੋਕ ਇਹ ਵੀ ਚਾਹੁੰਦੇ ਨੇ ਵੀ ਇਸ ਮੌਕੇ ਦੇ ਉੱਤੇ ਸ਼ਾਇਦ ਜੇ ਐਲਾਨ ਹੋ ਸਕਦਾ ਸੀ ਤਾਂ ਇਹ ਕਰ ਦਿੰਦੇ ਵੀ ਮੌਰਗੇਜ ਵੀ ਜਿਹੜਾ ਘਰਾਂ ਦੀ ਜਾਂ ਫਸਲਾਂ ਦੀ ਬਹੁਤ ਵੱਡਾ ਇਸ਼ੂ ਹੈਗਾ। ਇੰਟਰਸਟ ਫ੍ਰੀ ਜਿਹੜਾ ਉਹ ਇਸ ਮੌਕੇ ਦੇ ਉੱਤੇ ਕੀਤਾ ਜਾ ਸਕਦਾ ਜਦੋਂ ਤੱਕ ਹੋ ਸਕਦਾ ਬੈਰੀ ਵਾਲਿਆਂ ਦੀ ਬੈਰੀ ਦਾ ਜਿਹੜਾ ਸਿਲਸਿਲਾ ਬਰਕਰਾਰ ਨਹੀਂ ਹੋ ਜਾਂਦਾ, ਜਦੋਂ ਤੱਕ ਉਹ ਫਿਰ ਤੋਂ ਵੈਸੇ ਮਾਹੌਲ 'ਚ ਵਾਪਸ ਨਹੀਂ ਆ ਜਾਂਦੇ। ਸੋ ਮੌਰਗੇਜ 'ਤੇ ਜਿਹੜਾ ਇੰਟਰਸਟ ਫ੍ਰੀ ਐਲਾਨ ਹੈ ਉਸ ਦਾ ਵੀ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਸਰਕਾਰ ਇਸ ਵੱਲ ਗੌਰ ਕਰ ਲੇ। ਕੁਝ ਹੈ ਇਹ ਚੀਜ਼ ਵੱਲ ਕੁਝ ਹੋ ਸਕਦਾ। ਇੱਕ ਕਾਲਰ ਦੀ ਕਾਲ ਵੀ ਆਪਾਂ ਅਟੈਂਡ ਕਰਦੇ ਹਾਂ ਨਾਲ, ਫਿਰ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਹਾਂ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੇ ਜੀ ਸਤਿ ਸ਼੍ਰੀ ਅਕਾਲ। ਆਪਣੇ ਬਰਾੜ ਸਾਹਿਬ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਤਾਂ ਵਿਚਾਰ ਕੋਈ ਕੁਐਸਚਨ ਤਾਂ ਮੇਰਾ ਹੈ ਨਹੀਂ, ਕਿਉਂਕਿ ਇਹ ਤਾਂ
ਇੱਕ ਬੜੀ ਵੱਡੀ ਇਨਸਾਨੀਅਤ ਦੇ ਉੱਤੇ ਆਫਤ ਆਈ ਹੈ ਜੀ। ਕਿਉਂਕਿ ਜਿਹੜੀਆਂ ਕੁਦਰਤੀ ਚੀਜ਼ਾਂ ਹੁੰਦੀਆਂ ਇਹ ਤਾਂ ਕਿਸੇ ਦੇ ਹੱਥ ਵੱਸ ਨਹੀਂ ਹੁੰਦੀਆਂ। ਹਾਂਜੀ। ਸੋ ਇਹਦੇ ਵਿੱਚ ਇੱਕ ਤਾਂ ਦੋਨੇ ਸਰਕਾਰਾਂ ਜਿਹੜੀਆਂ ਫੈਡਰਲ ਵੀ ਤੇ ਪ੍ਰੋਵਿੰਸ਼ਲ ਵੀ ਇਹਨਾਂ ਨੇ ਵਧੀਆ ਕੰਮ ਕੀਤਾ, ਕਿਉਂਕਿ ਸਰਕਾਰਾਂ ਦਾ ਇਹ ਹੱਥ ਵੱਸ ਪਹਿਲਾਂ ਤਾਂ ਸਭ ਤੋਂ ਜਿਹੜੀ ਬਰਾੜ ਸਾਹਿਬ ਨੇ ਕਹੀ ਆ ਸੇਫਟੀ ਹੁੰਦੀ ਆ, ਸੇਫਟੀ ਦੇ ਵਿੱਚ ਤਾਂ ਚਲੋ ਇਹਨਾਂ ਨੇ ਵਧੀਆ ਫਰਜ਼ ਆਪਦਾ ਨਿਭਾਇਆ। ਹੁਣ ਸੋਚਣ ਵਾਲੀ ਤਾਂ ਗੱਲ ਇਹ ਹੈ ਕਿ ਇਹ ਤੋਂ ਬਾਅਦ ਇਹਨੂੰ ਜਿਹੜੇ ਸਾਰੇ ਪ੍ਰੋਸੈਸ ਨੂੰ ਮੈਨੇਜਮੈਂਟ ਜਿਹੜਾ ਕਰਨਾ ਉਹ ਸਰਕਾਰਾਂ ਦਾ ਹੀ ਫਰਜ਼ ਹੁੰਦਾ, ਕਿਉਂਕਿ ਜਿਹੜੇ ਉੱਥੇ ਫਾਰਮਰ ਆ, ਅਸੀਂ ਵੀ ਕਈ ਫੈਮਲੀਆਂ ਨੂੰ ਪਰਸਨਲੀ ਜਾਣਦੇ ਆ, ਕਿਉਂਕਿ ਹਰ ਪਰਿਵਾਰ ਦਾ ਕੋਈ ਨਾ ਕੋਈ ਫਿਊਚਰ ਦੇ ਵਿੱਚ ਕੰਮ ਵਿੱਢਿਆ ਹੁੰਦਾ, ਕੋਈ ਵੀ ਬੰਦਾ ਹੋਵੇ, ਅਸੀਂ ਸਮਾਜ ਦੇ ਵਿੱਚ ਰਹਿੰਦੇ ਆ, ਪਰ ਇਹ ਜਿਹੜੀਆਂ ਕੁਦਰਤੀ ਪ੍ਰੋਬਲਮਾਂ ਆਉਂਦੀਆਂ ਇਹ ਕਿਸੇ ਦੇ ਹੱਥ ਵੱਸ ਨਹੀਂ ਹੁੰਦੀਆਂ। ਸੋ ਹੁਣ ਸੋਚਣ ਵਾਲੀ ਤਾਂ ਇਹ ਗੱਲ ਹੈ ਕਿ ਉਹਨਾਂ ਫਾਰਮਰਾਂ ਨੂੰ ਉਹਨਾਂ ਦੀਆਂ ਜਿਹੜੀਆਂ ਕੋਈ ਨਾ ਕੋਈ ਉਹਨਾਂ ਨੂੰ ਕੰਪਨਸੇਸ਼ਨ ਆ ਜਿਹੜਾ ਉਹ ਅੰਡਰ ਮੈਨੇਜਮੈਂਟ, ਕਿਉਂਕਿ ਸਰਕਾਰਾਂ ਕਰਦੀਆਂ ਹੁੰਦੀਆਂ ਬਹੁਤ ਕਈ ਵਾਰੀ ਜਿਹੜੇ ਇਹ ਕੰਮ ਹੈ ਇਹ ਫਿਰ ਲੇਟਰ ਆਨ ਜਾ ਕੇ ਜਿਵੇਂ ਤੁਸੀਂ ਕਿਹਾ ਠੰਡੇ ਬਸਤਿਆਂ 'ਚ ਪੈ ਜਾਂਦੇ। ਸੋ ਠੰਡੇ ਬਸਤਿਆਂ 'ਚ ਨਾ ਪੈਣਾ ਇਹ ਬਰਾੜ ਸਾਹਿਬ ਹੋਣਾ ਇਹ ਜਿਹੇ MLA ਦੀ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਰੀਪ੍ਰੈਜ਼ੈਂਟੇਟਿਵ ਜਿਹੜਾ ਬੰਦਾ ਗਰਾਊਂਡ ਲੈਵਲ ਤੋਂ ਜਾ ਕੇ ਕਲੈਕਟ ਕਰਦਾ ਚੀਜ਼ਾਂ ਸਮੱਸਿਆਵਾਂ ਨੂੰ, ਉਹ ਜਦੋਂ ਰੀਪ੍ਰੈਜ਼ੈਂਟ ਕਰਦਾ ਉੱਥੇ ਲਿਜਾ ਕੇ ਤਾਂ ਉਹ ਬਹੁਤ ਵੱਡਾ ਇੱਕ ਸਹਾਰਾ ਹੁੰਦਾ, ਕਿਉਂਕਿ ਤੁਸੀਂ ਹੁਣ ਉੱਥੇ ਹੁਣ ਆਪਣੇ ਵੀ ਫਾਰਮਰ ਹੈਗੇ ਉਹਨਾਂ ਨਾਲ ਵੀ ਗੱਲਾਂ ਕਰਦੇ, ਕਿਉਂਕਿ ਇਹ ਚੀਜ਼ਾਂ ਹੁਣ ਬਾਅਦ ਦੇ ਵਿੱਚ ਉਹ ਮੈਨੂੰ ਪਤਾ ਉਹਨਾਂ ਨੂੰ ਕਈਆਂ ਬੰਦਿਆਂ ਨੂੰ ਡਿਪਰੈਸ਼ਨ ਹੋਣਾ, ਮੈਂਟਲੀ ਤਾਂ ਆਪਾਂ ਪਹਿਲਾਂ ਹੀ ਇਸ ਚੀਜ਼ ਦੇ ਵਿੱਚ ਬਹੁਤ ਗਾਂਹ ਜਾ ਰਹੇ ਹਾਂ ਦੁਨੀਆ ਦੇ ਵਿੱਚ। ਅੱਜ ਮੈਂਟਲ ਕੇਸ ਆ ਜਿਹੜੇ ਉਹ ਇੰਨੇ ਕੈਨੇਡਾ ਦੇ ਵਿੱਚ ਹੋ ਰਹੇ ਆ ਕਿ ਮੇਰਾ ਖਿਆਲ ਆ 2024 ਦੇ ਵਿੱਚ ਇੱਕ ਇਹਨਾਂ ਨੇ ਵੀ ਪੜ੍ਹਿਆ ਹੋਊਗਾ COVID-19 ਅਟੈਚ ਟੂ ਦਾ ਮੈਂਟਲ ਹੈਲਥ, ਇਹਦੇ ਬਾਰੇ ਲੇਖ ਛਪਿਆ। ਸੋ ਮੇਰੀ ਤਾਂ ਰਿਕੁਐਸਟ ਇਹੀ ਹੈ ਇਹਨਾਂ ਨੂੰ ਬਰਾੜ ਸਾਹਿਬ ਨੂੰ ਕਿ ਜਿਹੜੇ ਇਹ ਜਿਹੇ MLA ਹੁੰਦੇ ਆ ਜਿਹੜੇ ਅਗਰੈਸਿਵ ਵੀ ਹੁੰਦੇ ਆ, ਕੰਮ ਕਰਨ ਲਈ ਗਰਾਊਂਡ ਲੈਵਲ ਤੇ ਜਾਂਦੇ ਆ, ਇਹਨਾਂ ਨੂੰ ਇਸ ਸਮੱਸਿਆ ਨੂੰ ਮੈਨੇਜਮੈਂਟ ਕਰਨਾ ਚਾਹੀਦਾ, ਕਿਉਂਕਿ ਨਾ ਆਪਾਂ ਕੁਐਸਚਨ ਕਰੀਏ ਇਹ ਜੇ ਇਹਨਾਂ ਦੇ ਨਾਲ ਖੜੇ ਆ, ਅਸੀਂ ਵੀ ਕਮਿਊਨਿਟੀ ਵੀ ਖੜੀ ਹੈ, ਕਿਉਂਕਿ ਇਹਨਾਂ ਨੇ ਦੇਖਿਆ ਕਮਿਊਨਿਟੀ ਕਿੰਨੀ ਖੜੀ ਹੈ ਫੂਡ ਵਾਈਜ਼। ਤੁਸੀਂ ਦੇਖ ਲਓ ਵੀ ਬਹੁਤ ਸਾਰੀਆਂ ਕਮਿਊਨਿਟੀਆਂ ਨੇ ਹੈਲਪ ਕੀਤੀ ਹੈ, ਬੜੀ ਵੱਡੀ ਚੀਜ਼ ਹੈ ਦੁਨੀਆ ਦੇ ਵਿੱਚ ਦੇਖੀ ਜਾਂਦੀ ਹੈ, ਆਪਣਾ ਕੰਟਰੀ ਪਹਿਲੇ ਨੰਬਰ ਤੇ ਆਉਂਦਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹਿਊਮਨ ਰਾਈਟਸ ਦੀਆਂ ਇਹਨਾਂ ਨੂੰ ਫਾਲੋ ਵੀ ਕਰਨੇ। ਸੋ ਮੇਰੇ ਤਾਂ ਵਿਚਾਰ ਇਹਨਾਂ ਦੇ ਨਾਲ ਹੀ ਹਨ, ਔਰ ਇਹਨਾਂ ਨੂੰ ਰਿਕੁਐਸਟ ਹੈ ਕਿ ਤਕੜੇ ਹੋ ਕੇ ਇਹ ਚੀਜ਼ ਨੂੰ ਉਹਨਾਂ ਸਾਰੀਆਂ ਫੈਮਲੀਆਂ ਦੀ ਆਪਾਂ ਮਦਦ ਕਰੀਏ, ਸਰਕਾਰੀ ਤੌਰ ਤੇ ਵੀ ਕਰੀਏ ਔਰ ਸਮਾਜਿਕ ਤੌਰ ਤੇ ਕਰੀਏ। ਇਹਨੇ ਮੇਰੇ ਵਿਚਾਰ ਸੀ। ਥੈਂਕ ਯੂ ਤੁਹਾਨੂੰ ਸਮਾਂ ਦੇਣ ਦਾ ਜੀ। ਬਰਾੜ ਸਾਹਿਬ ਥੈਂਕ ਯੂ ਸੋ ਮਚ ਜੀ। ਜਗਰੂਪ ਜੀ ਕੀ ਕਹਿਣਾ ਚਾਹੋਗੇ ਬਰਾੜ ਸਾਹਿਬ ਦੇ? ਦੇਖੋ ਜੀ, ਬਰਾੜ ਸਾਹਿਬ ਦੀ ਕਾਲ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ। ਜਦੋਂ ਤੁਸੀਂ ਲੋਕਾਂ ਤੋਂ ਜਿਹੜੀ ਫੀਡਬੈਕ ਲੈਂਦੇ ਹੋ ਨਾ, ਉਹ ਜਿਹੜੀ ਫੀਡਬੈਕ ਹੈਗੀ ਹੈ ਜਦੋਂ ਲੋਕਾਂ ਦੀ ਆਉਂਦੀ ਹੈ, ਤੁਹਾਨੂੰ ਕਈ ਵਾਰੀ ਜਿਹੜੀ ਹੈਗੀ ਹੈ ਜਿਵੇਂ ਬਰਾੜ ਸਾਹਿਬ ਨੇ ਦਿੱਤੀ ਹੈ, ਉਹ ਤੁਹਾਨੂੰ ਹੋਰ ਹੌਸਲਾ ਦਿੰਦੀ ਹੈ। ਜੀ ਬਿਲਕੁਲ, ਹੌਸਲਾ ਦਿੰਦੀ ਹੈ ਕਿ ਵੀ ਅਸੀਂ ਰਾਈਟ ਟਰੈਕ ਤੇ ਹੈਗੇ ਹਾਂ, ਹੌਸਲਾ ਦਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਆ, ਵੀ ਤੁਸੀਂ ਅੱਗੇ ਲੈ ਕੇ ਚੱਲੋ। ਸਾਡਾ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ, ਜੇ ਕਮਿਊਨਿਟੀ ਇਕੱਠੀ ਹੋਵੇ, ਕਮਿਊਨਿਟੀ ਇੱਕ ਪਲੇਟਫਾਰਮ ਦੇ ਉੱਤੇ ਹੋਵੇ ਤੇ ਸਾਡਾ ਜਿਹੜਾ ਉਹਦੇ ਨਾਲ ਜਿਹੜਾ ਪ੍ਰਭਾਵ ਹੈ ਉਹ ਉੱਥੇ ਜਾ ਕੇ ਵੱਜ ਜਾਂਦਾ। ਬਿਲਕੁਲ ਬਿਲਕੁਲ। ਹੁਣ ਮਿਸਾਲ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬਲੂਬੇਰੀ ਫਾਰਮਰਸ ਨੇ ਜਾਂ ਆਪਣੇ ਵੈਜੀਟੇਬਲ ਗਰੋਅਰਸ ਨੇ, ਉਹਨਾਂ ਦੇ ਜਿਹੜਾ ਹੈਗਾ ਜਦੋਂ ਪਹਿਲੇ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਦੀ ਗੱਲਬਾਤ ਸੁਣੀ, 80 ਦੇ ਕਰੀਬ ਉੱਥੇ ਲੋਕ ਸੀਗੇ। ਉਹਦੇ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਮੈਂ ਤੁਹਾਡੀ ਗੱਲ ਅੱਗੇ ਲਿਜਾ ਕੇ ਤਾਂ ਹੀ ਮਜ਼ਬੂਤੀ ਨਾਲ ਕਰ ਸਕਦਾ ਜੇ ਤੁਸੀਂ ਇਕੱਠੇ ਹੋ ਕੇ ਜਿਹੜਾ ਇੱਕ ਪਲੇਟਫਾਰਮ ਤੇ ਹੋ ਕੇ ਆਪਣੀ ਲਿਸਟ ਬਣਾ ਕੇ ਸਾਨੂੰ ਦਿਓ ਵੀ ਆਹ ਚੀਜ਼ਾਂ ਸਾਨੂੰ ਕਰਨ ਦੀ ਲੋੜ ਹੈ। ਜੇ ਆਪਾਂ ਵਿਅਕਤੀਗਤ ਤੌਰ ਤੇ ਕਰਾਂਗੇ ਵੀ ਮੇਰੀ ਆਹ ਮੰਗ ਆ, ਇਹਦੀ ਆਹ ਮੰਗ ਆ, ਉਹ ਫਿਰ ਔਖਾ ਹੋ ਜਾਂਦਾ ਕੰਮ, ਹੈ ਨਾ। ਸੋ ਉਹਨਾਂ ਦੀ ਬਲੂਬੇਰੀ ਜਿਹੜੀ ਕੌਂਸਲ ਹੁਣ ਹੈਗੀ ਹੈ, ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ, ਚੰਗੀ ਗੱਲ ਹੈ। ਸੋ ਉਹ ਹੈਗਾ ਜੀ, ਅਸੀਂ ਉਹ ਕੋਸ਼ਿਸ਼ ਕਰਾਂਗੇ। ਉਹ 'ਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਅਗੇਨ ਕਿ ਠੰਡੇ ਬਸਤੇ ਵਾਲੀ ਗੱਲ ਜਿਹੜੀ ਜੌਨ ਹੌਰਗਨ ਸਰਕਾਰ ਦਾ ਕੰਮ ਨਹੀਂਗਾ। ਆਪਾਂ ਦੇਖ ਚੁੱਕੇ ਹਾਂ, ਹੁਣ ਅੱਗੇ ਨੂੰ ਆਪਾਂ ਦੇਖਣਾ ਹੁਣ ਕੀ ਹੋਣਾ ਅਗਲੇ ਮਹੀਨੇ 'ਚ, ਜਦੋਂ ਹੋਊਗਾ ਆਪਾਂ ਨੂੰ ਪਤਾ ਲੱਗੂਗਾ। ਲੇਕਿਨ ਜੇ ਪਿੱਛੇ ਦੇਖੀਏ ਅਸੀਂ, COVID-19 ਆਇਆ, ਕਿਸੇ ਵੀ ਸਮੇਂ ਦੇ ਉੱਤੇ ਜਿਹੜਾ ਕਿਸੇ ਵੀ ਜਿਹੜਾ ਜਿੱਥੇ ਵੀ ਭਾਰ ਪਿਆ, ਚਾਹੇ ਉਹ ਸਮਾਲ ਬਿਜ਼ਨਸ ਤੇ ਭਾਰ ਪਿਆ, ਚਾਹੇ ਉਹ ਲੋਕਾਂ ਤੇ ਭਾਰ ਪਿਆ, ਚਾਹੇ ਉਹ ਵੈਕਸੀਨੇਸ਼ਨ ਦਾ ਸਿਸਟਮ ਸੀ, ਸਰਕਾਰ ਨੇ ਦਿਨ ਰਾਤ ਪਹਿਰਾ ਦੇ ਕੇ ਦੁਨੀਆ ਭਰ ਦੇ ਵਿੱਚ ਸਭ ਤੋਂ ਬਿਹਤਰੀਨ ਕੰਮ ਕੀਤਾ। ਹਾਂਜੀ, ਉਹਦੇ 'ਚ ਅਸੀਂ ਉਦੋਂ ਕੋਈ ਪਰਵਾਹ ਨਹੀਂ ਕੀਤੀ ਵੀ ਇਹ 'ਚ ਖਰਚਾ ਕਿੰਨਾ ਹੁੰਦਾ। ਹਾਂਜੀ, ਸਾਡਾ $13 ਬਿਲੀਅਨ ਲੱਗਿਆ, ਸਾਡਾ ਨਹੀਂ ਹੈ, ਲੋਕਾਂ ਦਾ ਹੀ ਹੈ, ਪਰ ਲੋਕਾਂ ਦੇ ਭਲੇ ਵਾਸਤੇ ਲੱਗਿਆ। ਇਸੇ ਤਰੀਕੇ ਨਾਲ ਜਿਹੜੀ ਅੱਗਾਂ ਲੱਗੀਆਂ, ਅੱਗਾਂ ਦੇ ਵਿੱਚ ਜਾ ਕੇ ਸਰਕਾਰ ਨੇ ਉੱਥੇ ਦਿਨ ਰਾਤ ਇੱਕ ਲਾ ਕੇ ਜਿਹੜੀਆਂ ਅੱਗਾਂ ਬੁਝਾਈਆਂ, $600 ਮਿਲੀਅਨ ਲੱਗਿਆ ਸੀ, ਉਹ ਲਾਇਆ। ਇਸੇ ਤਰੀਕੇ ਨਾਲ ਹੁਣ ਫਾਰਮਰਸ ਦੀ ਗੱਲ ਹੈਗੀ ਹੈ, ਬੜੀ ਵੱਡੀ ਗੱਲ ਹੈ। ਫਾਰਮਰਸ ਦੀ ਹਾਈਵੇ ਟੁੱਟੇ, ਉਹਨਾਂ ਨੂੰ ਬਣਾਉਣਾ ਹੈ, ਉਹ ਬਣੂਗਾ, ਲੇਕਿਨ ਇੱਕ ਵਿਉਂਤਬੰਦੀ ਦੇ ਵਿੱਚ ਬਣੂਗਾ ਜਿਹੜੀ ਮੈਂ ਗੱਲ ਕਹਿ ਰਿਹਾ, ਕਿਉਂਕਿ ਉਹਦੇ 'ਚ ਮੈਂ ਜਿਹੜੀ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੋ
ਮੈਨੂੰ ਜਾਣਕਾਰੀ ਪਿੱਛੋਂ ਸਰਕਾਰ ਦੀ ਐਕਟੀਵਿਟੀ ਦੀ ਹੈਗੀ ਆ ਹਾਂਜੀ ਕਿ ਜਿੰਨੀ ਦੇਰ ਤੱਕ ਆਪਾਂ ਕਿਸੇ ਦੀ ਅਸੈਸਮੈਂਟ ਨਹੀਂ ਕਰ ਲੈਂਦੇ ਕਿ ਨੁਕਸਾਨ ਕਿੰਨਾ ਹੈ, ਉਨੀ ਦੇਰ ਤੱਕ ਉਸ ਨੁਕਸਾਨ ਬਾਰੇ ਮਦਦ ਕਰਨ ਦਾ ਐਲਾਨ ਕਰਨਾ ਔਖਾ। ਬਿਲਕੁਲ। ਸੋ ਸਰਕਾਰ ਦਿਨ ਰਾਤ ਇੱਕ ਲਾ ਕੇ ਜਿਹੜੀ ਉਹ ਅਸੈਸਮੈਂਟ ਕਰਨ ਲੱਗੀ ਹੋਈ ਹੈ। ਜਦੋਂ ਵੀ ਅਸੈਸਮੈਂਟ ਹੁੰਦੀ ਹੈ, ਔਰ ਇਹ ਅਸੈਸਮੈਂਟ ਕੋਈ ਇੱਕ ਕਿਸਮ ਦੀ ਨਹੀਂ ਹੈ, ਇਹ ਕੋਈ ਕਣਕ ਦੀ ਫਸਲ ਨਹੀਂ ਇਕੱਲੀ ਮਰੀ, ਇੱਥੇ ਬਹੁਤ ਕੋਈ ਕਿਸਮ ਦੀਆਂ ਚੀਜ਼ਾਂ ਹੋ ਗਈਆਂ ਤੇ ਉਹ ਵੱਖਰੇ ਵੱਖਰੇ ਥਾਵਾਂ ਤੇ ਵੱਖਰੀ ਵੱਖਰੀ ਅਸੈਸਮੈਂਟ ਜਿਹੜੀ ਹੈਗੀ ਉਹਦੇ ਮੁਤਾਬਕ ਸਰਕਾਰ ਉਹਨੂੰ ਮਿਣ ਕੇ, ਉਹਨੂੰ ਤੋਲ ਕੇ, ਤੋਲਣ ਤੋਂ ਬਾਅਦ ਉਹਦੇ ਮੁਤਾਬਕ ਪ੍ਰੋਗਰਾਮ ਬਣਾ ਕੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਨੂੰ ਮੁਕੰਮਲ ਤੌਰ ਦੇ ਉੱਤੇ ਜਿਹੜੀ ਵਚਨਬੱਧਤਾ ਦਿੱਤੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਵੀ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ BC ਦੇ ਲੋਕਾਂ ਦੇ ਨਾਲ ਖੜੇ ਆ, ਤਾਂ ਦੋਨੇ ਸਰਕਾਰਾਂ ਰਲ ਕੇ ਵਧੀਆ ਪ੍ਰੋਗਰਾਮ ਲੈ ਕੇ ਜਿਹੜੇ ਲੋਕਾਂ ਸਾਹਮਣੇ ਪੇਸ਼ ਕਰਨਗੇ। ਜੀ, ਜਿਵੇਂ ਕਿ ਆਪਾਂ ਗੱਲ ਕੀਤੀ ਸੀਗੀ ਜਗਰੂਪ ਜੀ ਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਲੋਕ ਚਾਹੁੰਦੇ ਨੇ ਵੀ ਤੁਸੀਂ ਉਹਨਾਂ ਦੀ ਆਵਾਜ਼ ਬਣੋ ਤੇ ਤੁਸੀਂ ਉਹਨਾਂ ਦੀ ਆਵਾਜ਼ ਬਣ ਕੇ ਉਸ ਮੁੱਦੇ ਨੂੰ ਚੁੱਕੋ। ਮੈਂ ਮੌਰਗੇਜ ਦਾ ਇਸ਼ੂ ਜਿਹੜਾ ਕੀਤਾ ਸੀ, ਹੁਣੇ ਅਸੀਂ ਗੱਲ ਕਰ ਰਹੇ ਸੀ ਵੀ ਜਿਹੜੇ ਲੋਕਾਂ ਦੇ ਵੱਲੋਂ ਫੀਡਬੈਕ ਹੁੰਦਾ ਬਹੁਤ ਜ਼ਰੂਰੀ ਹੁੰਦਾ, ਔਰ ਇਹ ਸਾਰੇ ਲੋਕਾਂ ਦੇ ਹੀ ਫੀਡਬੈਕ ਹੈ ਜਿਹੜੇ ਮੈਂ ਸਵਾਲ ਤੁਹਾਨੂੰ ਕਰ ਰਹੀ ਹਾਂ, ਜੋ ਚਾਹੁੰਦੇ ਨੇ। ਸੋ ਇਸ ਵੇਲੇ ਮੌਰਗੇਜ ਔਰ ਟੈਕਸ ਫ੍ਰੀ ਉਹਨਾਂ ਨੂੰ ਕਰ ਦਿੱਤਾ ਜਾਏ, ਸਮਾਂ ਦਿੱਤਾ ਜਾਏ, ਕੁਝ ਇਦਾਂ ਦਾ ਹੋ ਸਕਦਾ ਹੈ? ਜਿਹੜਾ ਇਹ ਜਦੋਂ ਵੀ ਪੈਕੇਜ ਕੋਈ ਐਲਾਨ ਕਰਨਾ ਜੀ ਫਾਈਨਲੀ, ਉਹਦੇ ਵਿੱਚ ਇਹ ਸਾਰੇ ਵਿਚਾਰ ਜਿਹੜੇ ਤੁਸੀਂ ਗੱਲ ਕਰ ਰਹੇ ਹੋ, ਸਾਰੀਆਂ ਚੀਜ਼ਾਂ ਕੱਲੀ ਕੱਲੀ ਵਿਚਾਰ ਕਰਕੇ ਕਿ ਕੱਲੀ ਕੱਲੀ ਨੂੰ ਧਿਆਨ 'ਚ ਰੱਖ ਕੇ ਉਹਦਾ ਬੈਸਟ ਸੋਲੂਸ਼ਨ ਕੀ ਹੈ ਜਿਹੜਾ ਮੌਰਗੇਜ ਦਾ, ਉਹ ਸਾਰੇ ਫੈਸਲੇ ਉਹਦੇ ਵਿੱਚ ਕੀਤੇ ਜਾਣਗੇ। ਇਹ ਨਹੀਂ ਵੀ ਕੋਈ ਫੈਸਲਾ ਜੇ ਨਹੀਂ ਕੋਈ ਕੀਤਾ ਜਾਊ ਉਹਦੇ ਵਿੱਚ ਦੱਸਿਆ ਜਾਊ ਕਿਉਂ ਨਹੀਂ ਹੋ ਸਕਦਾ ਹੈ। ਹੁਣ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਇਹ ਪ੍ਰੋਗਰਾਮ ਐਲਾਨ ਕੀਤਾ ਜਿਹਦੇ ਤਾਂ ਆਪਾਂ ਹਾਲੇ ਤੱਕ ਗਏ ਨਹੀਂ ਗੇ, ਵੈਸੇ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮ ਹੈਗਾ, ਉਹ ਵੀ ਸਰਕਾਰ ਨੇ ਆਲਰੇਡੀ ਐਲਾਨ ਕੀਤਾ ਹੋਇਆ। ਇਸ ਦੇ ਅੰਡਰ ਕੀ ਸਹੂਲਤਾਂ ਜਿਹੜੀਆਂ ਹੁੰਦੀਆਂ? ਇਹਦੇ ਵਿੱਚ ਉਹ ਲੋਕ ਉਹ ਲੋਕ ਆਉਂਦੇ ਆ ਵੀ ਜਿਨ੍ਹਾਂ ਦਾ ਹੜ੍ਹਾਂ ਕਰਕੇ ਨੁਕਸਾਨ ਹੋ ਗਿਆ ਜਾਂ ਆਮਦਨ ਘਟ ਗਈ, ਉਹ ਲੋਕ ਅਪਲਾਈ ਕਰ ਸਕਦੇ ਇਹਦੇ ਵਿੱਚ। ਇਹਦੇ 'ਚ ਫਾਰਮਰ ਵੀ ਹੈ, ਇਹ 'ਚ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਉਹ ਵੀ ਹੈ, ਇਹਦੇ 'ਚ ਸਮਾਲ ਬਿਜ਼ਨਸ ਕੋਈ ਹੋਰ ਆ ਉਹ ਵੀ ਹੈ, ਇਹਦੇ 'ਚ ਈਵਨ ਸਿਟੀ ਸਰਕਾਰ ਵੀ ਹੈਗੀ ਹੈ, ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਉਹ ਵੀ ਹੈਗੀ ਹੈ। ਇਹਦੇ 'ਚ $3 ਲੱਖ ਤੱਕ ਮਿਲ ਸਕਦਾ। ਲੇਕਿਨ ਮੈਂ ਕਲੀਅਰ ਕਰਦੇ ਹਾਂ ਵੀ ਇਹਦਾ ਫਾਰਮਰ ਦੀ ਮਦਦ ਦੇ ਨਾਲ ਕੋਈ ਸਿੱਧਾ ਜਿਹੜਾ ਉਹ ਪੈਕੇਜ ਦੀ ਆਪਾਂ ਗੱਲ ਕਰ ਰਹੇ ਉਹਦੇ ਨਾਲ ਸੰਬੰਧ, ਇਹਦਾ ਕੋਈ ਸੰਬੰਧ ਨਹੀਂ ਗਾ, ਉਹ ਇੱਕ ਵੱਖਰੀ ਚੀਜ਼ ਹੈ। ਬਿਲਕੁਲ $3 ਲੱਖ 'ਚ ਮਿਲ ਸਕਦਾ ਹੈ, ਲੇਕਿਨ ਇਹ ਉਹਨਾਂ ਲੋਕਾਂ ਵਾਸਤੇ ਹੈ ਵੀ ਜਿਨ੍ਹਾਂ ਦੀ ਕਿਸੇ ਵੀ ਵਜ੍ਹਾ ਕਰਕੇ ਜਿਹੜੀ ਹੈਗੀ ਹੈ ਇੰਸ਼ੋਰੈਂਸ ਨਹੀਂ ਹੋ ਸਕਦੀ। ਹੁਣ ਬਹੁਤ ਸਾਰੇ ਥਾਵਾਂ ਤੇ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਨਹੀਂ ਕਰਦੀਆਂ, ਇਹ ਉਹਨਾਂ ਵਾਸਤੇ, ਇਹਦੇ ਵਾਸਤੇ ਲੋਕ ਅਪਲਾਈ ਕਰ ਸਕਦੇ ਆ। ਇਹਦਾ ਨੰਬਰ ਵੀ ਮੈਂ ਦੱਸ ਦੇਣਾ ਲੋਕਾਂ ਨੂੰ, ਜਿਹੜਾ ਹੈਗਾ ਇੱਥੇ ਮੇਰੇ ਕੋਲ ਹੈਗਾ ਨੰਬਰ ਜਿਹੜਾ ਲੋਕ ਨੋਟ ਕਰ ਸਕਦੇ ਆ। ਇਹਦਾ ਨੰਬਰ ਹੈਗਾ ਜੀ 1-888-257 ਤੇ 4774। ਸੋ ਇਹ ਨੰਬਰ ਹੈਗਾ ਜੀ। ਇਹਨੂੰ ਡਿਜ਼ਾਸਟਰ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮ ਇਹ ਕਹਿੰਦੇ ਆ, ਔਰ ਇਹਦੇ ਵਾਸਤੇ 12 ਫਰਵਰੀ 2022 ਤੱਕ ਜਿਹੜੀ ਡੇਟ ਐਕਸਟੈਂਡ ਕਰ ਦਿੱਤੀ ਗਈ ਹੈ ਕਿ ਜਿਹੜਾ ਬੰਦਾ ਕੋਈ ਲੋਕ ਅਪਲਾਈ ਕਰ ਸਕਦੇ ਆ ਜਿਹਦੀ ਇੰਸ਼ੋਰੈਂਸ ਹੋ ਸਕਦੀ ਸੀ, ਉਹਨੇ ਨਹੀਂ ਕਰਵਾਈ, ਉਹਨੂੰ ਇਹ ਪ੍ਰੋਗਰਾਮ ਨਹੀਂ ਮਿਲਣਾ। ਸੋ ਕਈ ਇੰਸ਼ੋਰੈਂਸ ਕੰਪਨੀਆਂ ਜਗਰੂਪ ਜੀ ਉਹ ਵੀ ਨੇ ਜਿਨ੍ਹਾਂ ਕੋਲ ਲੋਕ ਜਾ ਰਹੇ ਨੇ ਤੇ ਉਹ ਪਹਿਲਾਂ ਨਹੀਂ ਉਹਨਾਂ ਨੇ ਦੱਸਿਆ। ਇਨਫੈਕਟ ਜਦੋਂ ਇੰਸ਼ੋਰੈਂਸ ਦਿੱਤੀ ਲੋਕਾਂ ਨੂੰ, ਖਾਸ ਕਰਕੇ ਜਿਹੜੇ ਹੜ੍ਹ ਪ੍ਰਭਾਵਿਤ ਨੇ, ਤਾਂ ਉਹ ਜਦੋਂ ਹੁਣ ਜਾ ਰਹੇ ਨੇ, ਚਾਹੇ ਜਿਹਦਾ ਜੋ ਵੀ ਨੁਕਸਾਨ ਹੋਇਆ, ਇੰਸ਼ੋਰੈਂਸ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਇੰਸ਼ੋਰੈਂਸ ਕੰਪਨੀਆਂ ਵੀ ਮੁੱਕ ਰਹੀਆਂ ਨੇ। ਉਹ ਕਹਿੰਦੇ ਤਾਂ ਇੰਸ਼ੋਰੈਂਸ ਇਹਦੇ ਅੰਡਰ ਆਉਂਦੀ ਨਹੀਂ ਹੈ, ਇਹ ਕਵਰੇਜ ਹੈ ਹੀ ਨਹੀਂ। ਉਹਦਾ ਸਿਸਟਮ ਹੈ ਜੀ, ਉਹਦਾ ਬਿਲਕੁਲ ਸਿਸਟਮ ਹੈ। ਦੇਖੋ ਜਿਹੜਾ ਲਿਖਿਆ ਹੋਇਆ ਐਗਰੀਮੈਂਟ ਹੈ ਹਰੇਕ ਇੰਸ਼ੋਰੈਂਸ ਕੰਪਨੀ ਦਾ, ਉਹਦੇ ਦਸਤਖਤ ਨੇ ਦੋਨੇ ਤਰ੍ਹਾਂ ਦੇ। ਜੇ ਉਹਦੇ 'ਚ ਲਿਖਿਆ ਹੀ ਨਹੀਂ ਹੋਇਆ ਤਾਂ ਫਿਰ ਇੰਸ਼ੋਰੈਂਸ ਕੰਪਨੀ ਠੀਕ ਹੈ। ਜੋ 'ਚ ਲਿਖਿਆ ਹੋਇਆ ਉਹ ਨਹੀਂ ਕਰਦੇ, ਫਿਰ ਦੇयर इज अ ਪ੍ਰੋਸੈਸ। ਜੇ ਉਹ ਜਵਾਬ ਦੇਣਗੇ, ਉਹਦਾ ਸਰਕਾਰ ਦੇ ਵਿੱਚ ਬੜੇ ਕਾਨੂੰਨ ਬਣੇ ਹੋਏ ਨੇ, ਬੜਾ ਕੁਛ ਹੈ, ਉਹਨਾਂ ਦੀ ਜਵਾਬਦੇਹੀ ਹੋਊਗੀ, ਉਹਨਾਂ ਦੀ ਅਕਾਊਂਟੇਬਿਲਿਟੀ ਹੈਗੀ ਹੈ। ਹਾਂ, ਪਰ ਜੇ ਉਹ ਐਗਰੀਮੈਂਟ ਹੈ ਨਹੀਂਗਾ, ਕੋਈ ਜ਼ਬਾਨੀ ਤੁਹਾਨੂੰ ਕਹਿ ਗਿਆ ਤੇ ਤੁਸੀਂ ਉਹ ਸੁਣ ਲਈ ਗੱਲ, ਦੈਟਸ ਅ ਡਿਫਰੈਂਟ ਸਟੋਰੀ। ਪਰ ਜੇ ਐਗਰੀਮੈਂਟ 'ਚ ਲਿਖਿਆ ਹੋਇਆ ਤਾਂ ਉਹਨੂੰ ਦੇਣਾ ਪਊਗਾ, ਜੇ ਨਹੀਂ ਲਿਖਿਆ ਹੋਇਆ ਤਾਂ ਫਿਰ ਉਹਦਾ ਅਸੀਂ ਕੁਝ ਕਰ ਨਹੀਂ ਸਕਦੇ। ਸੋ ਇਸ ਵੇਲੇ ਤੁਹਾਡੀ ਸਰਕਾਰ ਦੀ, ਫੈਡਰਲ ਸਰਕਾਰ ਦੇ ਨਾਲ ਕਿਹੜੇ ਉਹ ਨੁਕਤੇ ਹੈਗੇ ਨੇ ਜਿਹੜੇ ਇਸ ਵੇਲੇ ਜ਼ਰੂਰੀ ਨੇ, ਕਿੰਨਾਂ ਦੇ ਉੱਤੇ ਆ ਜਿਹੜੀ ਗੱਲਬਾਤ ਚੱਲ ਰਹੀ ਹੈ? ਫੈਡਰਲ ਸਰਕਾਰ ਦੇ ਨਾਲ ਜੀ ਮੋਟੇ ਪੱਧਰ ਦੇ ਉੱਤੇ ਜਿਹੜੇ ਇੱਕ ਤਾਂ ਸਾਡੇ ਹਾਈਵੇ ਨੇ। ਹਾਈਵੇ ਅਸੀਂ ਵਕਤੀ ਤੌਰ ਦੇ ਉੱਤੇ, ਟੈਂਪਰੇਰੀ ਤੌਰ ਦੇ ਉੱਤੇ ਜਿਹੜੀ ਟੈਂਪਰੇਰੀ ਰਿਪੇਅਰ ਕਰਕੇ ਸਾਰੇ ਹਾਈਵੇ ਇਸ ਵੇਲੇ ਚੱਲ ਰਹੇ ਆ। ਮੈਂ ਲੋਕਾਂ ਨੂੰ ਜਾਣਕਾਰੀ ਵੀ ਦੱਸਣਾ ਚਾਹੁੰਦਾ, ਹਾਈਵੇ 1 ਚੱਲ ਰਿਹਾ ਹੈ, 3 ਚੱਲ ਰਿਹਾ ਹੈ, 7 ਚੱਲ ਰਿਹਾ ਹੈ, 99 ਚੱਲ ਰਿਹਾ ਹੈ। ਇੱਕੋ ਹੀ ਹਾਈਵੇ ਬੰਦ ਹੈ ਇਸ ਵੇਲੇ BC ਸਰਕਾਰ, ਜਿਹੜਾ BC ਸਰਕਾਰ ਦਾ, ਉਹ ਹੈ ਕੋਕਾਹਾਲਾ। ਕੋਕਾਹਾਲਾ ਹਾਈਵੇ ਦਾ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਹੜ੍ਹ ਦੇ ਨਾਲ ਜਿਹੜਾ ਹੈਗਾ ਉਹ ਰੁੜ ਕੇ ਪਾਸੇ ਚਲਿਆ ਗਿਆ। ਉਹਦੇ ਵਾਸਤੇ ਜਿਹੜੀ ਉਹਦੀ ਰਿਪੇਅਰ ਵਾਸਤੇ ਜਿਹੜੀ ਆਲਰੇਡੀ ਅਸੀਂ ਕੰਪਨੀਆਂ ਨੂੰ ਬਿਡਿੰਗ ਪ੍ਰੋਸੈਸ ਵਾਸਤੇ ਜਿਹੜੀ ਇਨਫੋਰਮੇਸ਼ਨ ਭੇਜਤੀ ਹੈ,
ਉਹਦੇ 'ਚ ਮੰਤਰੀ ਸਾਹਿਬ ਨੇ, ਮੈਂ ਕੱਲ ਵੀ ਗੱਲ ਕੀਤੀ ਸੀ ਉਹਨਾਂ ਦੇ ਨਾਲ, ਉਹ ਕਹਿੰਦਾ ਵੀ 2 ਤੋਂ 3 ਮਹੀਨੇ ਲੱਗ ਸਕਦੇ ਉਹਦੀ ਟੈਂਪਰੇਰੀ ਰਿਪੇਅਰ ਵਾਸਤੇ। ਜਿਹੜੀ ਪਰਮਾਨੈਂਟ ਰਿਪੇਅਰ ਆ ਉਹ ਸਾਈਡ ਦਾ ਕੰਮ ਹੈ, ਉਹਦੇ ਤੇ ਸਾਲ ਤੋਂ ਉੱਪਰ ਲੱਗ ਸਕਦਾ। ਸੋ ਉਹ ਕੱਲਾ ਉਹ ਬੰਦਾ। ਬਾਕੀ ਹਾਈਵੇ ਸਾਰੇ ਚੱਲਦੇ ਆ, ਪਰ ਮੈਂ ਲੋਕਾਂ ਨੂੰ ਇਹ ਬੇਨਤੀ ਜ਼ਰੂਰ ਕਰਦਾ ਕਿ ਹਾਈਵੇ ਬਾਰੇ ਜਿਹੜੀ ਇੱਕ ਮਿੰਟ ਬਾਅਦ ਜਿਹੜੀ ਡਰਾਈਵ BC ਜਿਹੜਾ ਸਾਡੀ ਜਿਹੜਾ ਹੈਗਾ ਵੈਬਸਾਈਟ ਹੈਗੀ ਡਰਾਈਵ BC, ਹਰ ਮਿੰਟ ਉਹ ਅਪਡੇਟ ਕਰਦੇ ਆ। ਉਹਨੂੰ ਜਦੋਂ ਵੀ ਤੁਸੀਂ ਕਿਤੇ ਟਰੈਵਲ ਕਰਨਾ ਉਹਨੂੰ ਜ਼ਰੂਰ ਦੇਖ ਕੇ ਜਾਓ, ਕਿਉਂਕਿ ਬਹੁਤ ਸਾਰੇ ਹਾਈਵੇ ਦੇ ਉੱਤੇ ਇੱਕ ਲਾਈਨ ਖੋਲੀ ਹੋਈ ਹੈ, ਸਿੰਗਲ ਲਾਈਨ ਟ੍ਰੈਫਿਕ ਚੱਲ ਰਹੀ ਹੈ, ਬਾਕੀ ਰਿਪੇਅਰ ਚੱਲ ਰਹੀ ਹੈ, ਕਈ ਥਾਵਾਂ ਦੇ ਉੱਤੇ ਡਿਲੇ ਹੋ ਸਕਦੀ ਹੈ। ਉਹਦੇ ਤੇ ਸਾਰੀ ਮੁਕੰਮਲ ਜਾਣਕਾਰੀ ਦਿੱਤੀ ਹੁੰਦੀ ਹੈ ਇਸ ਵੇਲੇ, ਉਹ ਆ। ਸੋ ਇੱਕ ਤਾਂ ਅਸੀਂ ਹਾਈਵੇ ਦੀ ਰਿਪੇਅਰ ਵਾਸਤੇ ਫੈਡਰਲ ਗਵਰਨਮੈਂਟ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ, ਕਿਉਂਕਿ ਬਹੁਤ ਵੱਡਾ ਖਰਚਾ ਹੈ ਔਰ ਫੈਡਰਲ ਗਵਰਨਮੈਂਟ ਸਾਡੇ ਨਾਲ ਗੱਲਬਾਤ ਕਰ ਰਹੀ ਹੈ। ਦੂਜਾ ਜਿਹੜੇ ਫਾਰਮਰਸ ਨੇ, ਫਾਰਮਰਸ ਦੀ ਮਦਦ ਦੇ ਲਈ ਜਿਹੜਾ ਹੈਗਾ ਜੋ ਵੀ ਹੈ ਜਿਹੜੀ ਹੈਗੀ ਹੈ ਉਹਦੇ ਵਾਸਤੇ ਵੀ ਫੈਡਰਲ ਜਿਹੜੀ ਉਹਨਾਂ ਦੇ ਮਿਨਿਸਟਰ ਐਕਚੁਅਲੀ ਲਗਾਤਾਰ ਇੱਥੇ ਨੇ। ਇਸ ਹਫ਼ਤੇ ਵੀ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਮਿਨਿਸਟਰ ਇੱਥੇ ਨੇਗੇ, ਉਹਨਾਂ ਦੇ ਜਿਹੜੇ ਅਧਿਕਾਰੀ ਵੀ ਇੱਥੇ ਨੇ। ਸੋ ਫਾਰਮਰ ਦੀ ਮਦਦ ਕਰਨ ਦੇ ਲਈ ਜਿਹੜੀ ਹੈਗੀ ਹੈ ਦੋਨੇ ਮੰਤਰੀ ਲਗਾਤਾਰ ਗੱਲਬਾਤ ਕਰ ਰਹੇ ਨੇ। ਇਹ ਦੋ ਜਿਹੜੇ ਮੇਜਰ ਕੰਮ ਨੇ। ਉਸ ਤੋਂ ਇਲਾਵਾ ਜਦੋਂ ਆਪਾਂ ਨੂੰ ਸਪਲਾਈ ਚੇਨ ਦੀ ਪ੍ਰੋਬਲਮ ਆਈ ਹੈ, ਹੁਣ ਕਈ ਵਾਰੀ ਸਪਲਾਈ ਚੇਨ ਤਾਂ ਵਿਦਨ ਦੀ ਕੰਟਰੀ ਜਿਹੜੀ ਹੈਗੀ ਆ ਉਹ ਸਾਡੇ ਹੱਥ 'ਚ ਹੁੰਦੀ ਹੈ। ਕਈ ਵਾਰੀ ਸਾਡੇ ਵਿੱਤੋਂ ਜੇ ਅਸੀਂ ਅਮਰੀਕਾ ਤੋਂ ਕੁਝ ਕਰਾਉਣਾ ਹੈ ਉਹ ਅਸੀਂ ਆਪ ਨਹੀਂ ਕਰਾ ਸਕਦੇ, ਉਹ ਫਿਰ ਸਾਨੂੰ ਕਿਉਂਕਿ ਦੂਜੇ ਕੰਟਰੀ ਨਾਲ ਗੱਲਬਾਤ ਹੋ ਗਈ, ਉਹ ਸੂਬਾ ਫੈਡਰਲ ਗਵਰਨਮੈਂਟ ਨਾਲ ਗੱਲਬਾਤ ਕਰਨੀ ਪੈਂਦੀ ਹੈ। ਤੁਹਾਨੂੰ ਪਤਾ ਵੀ ਉਹਨਾਂ ਨੇ ਬਹੁਤ ਜਲਦੀ ਕਰਕੇ ਜਿਹੜਾ ਅਮਰੀਕਾ ਤੋਂ ਬਹੁਤ ਸਾਰੀਆਂ ਰਿਕੁਆਇਰਮੈਂਟ ਜਿਹੜੀਆਂ ਵੇਵ ਕਰਾਤੀਆਂ ਸੀਗੀਆਂ ਕਿ ਤੁਸੀਂ ਜੇ ਜਾ ਕੇ ਬਲੇਨ ਦੁੱਧ ਲੈ ਕੇ ਆਉਣਾ, ਸਪਲਾਈ ਲੈ ਕੇ ਆਉਣੀ ਹੈ, ਤੁਸੀਂ ਉੱਥੇ ਜਾ ਕੇ ਆ ਸਕਦੇ, ਤੁਹਾਨੂੰ ਜਿਹੜਾ ਕੋਵਿਡ ਟੈਸਟ ਨਹੀਂ ਦਿਖਾਉਣਾ ਪਊਗਾ ਵਗੈਰਾ ਵਗੈਰਾ ਵਗੈਰਾ। ਸੋ ਇਸ ਤਰ੍ਹਾਂ ਦੇ ਸਾਰੇ ਕੰਮ ਇਹ ਬੜੇ ਤਾਲਮੇਲ ਦੇ ਨਾਲ, ਕੋਆਪਰੇਸ਼ਨ ਦੇ ਨਾਲ ਜਿਹੜੇ ਇਹ ਕੰਮ ਉਹ ਚੱਲ ਰਹੇ। ਪਰ ਅਮਰੀਕਾ ਵਾਲੀ ਸਾਈਡ ਤੋਂ ਜਦੋਂ ਪਾਣੀ ਇਸ ਤਰੀਕੇ ਨਾਲ ਆਇਆ, ਕੀ ਪਹਿਲਾਂ ਤੋਂ ਉਹਦੇ ਸੰਬੰਧੀ ਜਾਣਕਾਰੀ ਸੀਗੀ ਵੀ ਐਦਾਂ ਦਾ ਕੁਝ ਹੋ ਸਕਦਾ ਜੇ ਇਹ ਸਥਿਤੀ ਆਉਂਦੀ ਹੈ? ਕਿਉਂਕਿ ਫਾਰਮਿੰਗ ਏਰੀਆ ਸਾਰਾ, ਔਰ ਪਹਿਲਾਂ ਵੀ ਉੱਥੇ ਜਿਸ ਤਰੀਕੇ ਨਾਲ ਅਸੀਂ ਹਿਸਟਰੀ ਵੀ ਜਾਣਦੇ ਹਾਂ ਵੀ ਪਹਿਲਾਂ ਵੀ ਉੱਥੇ ਜਿਹੜਾ ਸਾਰਾ ਪਾਣੀ ਸੀ, ਜਿਸ ਟਾਈਮ ਦੇ ਉੱਤੇ ਨੇਟਿਵਸ ਨੇ ਮਨਾ ਵੀ ਕੀਤਾ ਸੀਗਾ ਵੀ ਉਹਨੂੰ ਤਬਦੀਲ ਨਾ ਕੀਤਾ ਜਾਏ। ਖੈਰ ਸਮਾਂ ਬਦਲਦਾ ਗਿਆ ਤਾਂ ਉੱਥੇ ਸਾਰਾ ਜਿਹੜੀ ਹੈ ਇੱਕ ਵੱਸੋ ਜਿਹੜੀ ਹੈ ਉਹ ਹੋ ਗਈ। ਉਦੋਂ ਇਹਨਾਂ ਚੀਜ਼ਾਂ ਦਾ ਖਿਆਲ ਕੀਤਾ ਜਾ ਸਕਦਾ ਸੀਗਾ ਜਾਂ ਇੱਦਾਂ ਦਾ ਧਿਆਨ ਦੇ ਵਿੱਚ ਹੁੰਦਾ ਵੀ ਬਾਈ ਚਾਂਸ ਕਦੇ ਵੀ ਨੈਚੁਰਲ ਡਿਜ਼ਾਸਟਰ ਕੋਈ ਵੀ ਆਉਂਦਾ, ਹੜ੍ਹ ਆਉਂਦਾ, ਪਾਣੀ ਆਉਂਦਾ, ਅੱਗ ਆਉਂਦੀ, ਕੁਛ ਵੀ ਆਉਂਦਾ ਤਾਂ ਉਹਦੇ ਲਈ ਅਸੀਂ ਸੇਫ ਐਟਲੀਸਟ ਰਹੀਏ। ਸੋ ਜਗਰੂਪ ਜੀ ਕੁਛ ਇੱਦਾਂ ਦਾ ਹੋ ਸਕਦਾ ਸੀ? ਕਿਤੇ ਨਾ ਕਿਤੇ ਲੱਗਦਾ ਵੀ ਇਹ ਕਮੀਆਂ ਤਾਂ ਰਹੀਆਂ ਨੇ। ਦੇਖੋ ਜਿਹੜਾ ਕੋਈ ਵੀ ਸਿਸਟਮ ਹੈਗਾ ਜੀ ਉਹਦੇ 'ਚ ਕਮੀਆਂ ਹੋ ਸਕਦੀਆਂ, ਔਰ ਉਹਦਾ ਜਦੋਂ ਵੀ ਸਿਸਟਮ ਉਹਦੇ ਵਿੱਚੋਂ ਲੰਘਦੇ ਅਸੀਂ ਉਹਦੀ ਮੁਕੰਮਲ ਤੌਰ ਦੇ ਉੱਤੇ ਦੁਬਾਰਾ ਰਿਵਿਊ ਹੁੰਦਾ, ਔਰ ਰਿਵਿਊ ਦੇ ਵਿੱਚੋਂ ਗੈਪ ਲੱਭੇ ਜਾਂਦੇ ਤਾਂ ਕਿ ਫਿਊਚਰ ਦੇ ਵਿੱਚੋਂ ਗੈਪ ਭਰੇ ਜਾਣ। ਲੇਕਿਨ ਹੋਇਆ ਇਹ ਐਤਕੀ ਜਿਹੜਾ ਆਪਾਂ ਜੇ ਦੇਖੀਏ ਤਾਂ ਉਹਦੇ 'ਚ ਜਿਹੜੀਆਂ ਸਾਡੇ ਕੋਲ এনवायरमेंट ਕੈਨੇਡਾ ਦੀ ਪ੍ਰੈਡਿਕਸ਼ਨ ਆਉਂਦੀ ਹੈ, ਜੋ ਕੁਝ ਗਵਰਨਮੈਂਟ ਆਫ ਜਿਹੜੀ ਕੈਨੇਡਾ ਨੇ ਸੈੱਟ ਕੀਤਾ ਹੋਇਆ ਉਹਦੀਆਂ ਪ੍ਰੈਡਿਕਸ਼ਨਸ ਨੇ, ਜੋ ਵੀ ਸਿਸਟਮ ਸਾਡੇ ਕੋਲ ਅੱਜ ਅਵੇਲੇਬਲ ਹੈਗਾ ਉਹਦੀ ਪ੍ਰੈਡਿਕਸ਼ਨ ਆਉਂਦੀ ਹੈ ਵੀ ਅੱਜ ਜਿਹੜਾ ਵਾਤਾਵਰਨ ਹੈ, ਕੱਲ ਨੂੰ ਜਿਹੜਾ ਵੈਦਰ ਹੈ ਸੌਰੀ ਉਹ ਇਸ ਤਰ੍ਹਾਂ ਦਾ ਹੋ, ਪਰਸੋਂ ਹਫਤੇ ਜਾਂ ਇਸ ਵਗੈਰਾ ਵਗੈਰਾ ਜੋ ਪ੍ਰੈਡਿਕਟ ਕੀਤਾ ਗਿਆ ਸੀ ਉਹ ਤੋਂ ਕਈ ਵੱਡਾ ਜਿਹੜਾ ਹਕੀਕਤ ਦੇ ਵਿੱਚ ਹੋਇਆ। ਸੋ ਇਸ ਕਰਕੇ ਇਹ ਇੱਕ ਕਾਰਨ ਸੀ ਜੋ ਆਪਾਂ ਦੇਖਿਆ। ਉਹਦੇ ਵਿੱਚ ਜੋ ਸਾਡੇ ਦਰਿਆ ਵਗ ਰਹੇ ਆ ਉਹਨਾਂ ਦੀ ਜਿਹੜੀ ਕਪੈਸਿਟੀ ਸੀ, ਜੋ ਉਹਨਾਂ ਦੀ ਕਪੈਸਿਟੀ 100 ਲੀਟਰ ਪਾਣੀ ਲੈ ਕੇ ਜਾਣ ਦੀ ਸੀਗੀ, ਜਿਹੜਾ ਮੀਂਹ ਡਿੱਗਿਆ ਉਹ 300 ਲੀਟਰ ਡਿੱਗ ਪਿਆ। ਸੋ ਇਸ ਕਰਕੇ ਦਰਿਆਵਾਂ ਦੇ ਉੱਪਰ ਦੀ ਹੋ ਕੇ ਜਿਹੜਾ ਮੀਂਹ ਹੈ ਉਹ ਜਾ ਕੇ ਖੇਤਾਂ ਦੇ ਵਿੱਚ, ਘਰਾਂ ਦੇ ਵਿੱਚ ਜਾ ਕੇ ਵੜ ਗਿਆ। ਉਹ ਗਿਆ ਕਿੱਥੇ? ਜਿਹੜਾ ਨੀਵਾਂ ਥਾਂ ਸੀ, ਜਿਹੜਾ ਸੂਮਿਸ ਏਰੀਆ ਜਿਹੜਾ ਹੈਗਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹਕੀਕਤ ਦੇ ਵਿੱਚ ਉਹ ਲੇਕ ਸੀ ਕਿਸੇ ਵੇਲੇ। ਉਹ ਲੇਕ ਦੇ ਵਿੱਚੋਂ ਕਿਸੇ ਵੇਲੇ ਫੈਸਲਾ ਕੀਤਾ ਗਿਆ 100 ਸਾਲ ਪਹਿਲਾਂ ਸਰਕਾਰਾਂ ਨੇ ਕਿ ਵੀ ਇੱਥੇ ਵਸੇਬਾ ਹੋ ਸਕਦਾ, ਇੱਥੇ ਖੇਤੀ ਹੋ ਸਕਦੀ, ਜਿਹੜੀ ਹੋਈ ਵੀ 100 ਸਾਲ ਹੋਈ ਵੀ। ਲੇਕਿਨ 100 ਸਾਲ ਦੇ ਵਿੱਚ ਇੱਕ ਐਸੀ ਘੜੀ ਆਈ ਵੀ ਜਿਹੜਾ ਹੈਗਾ ਕੁਦਰਤ ਦੀ ਜਿਹੜੀ ਬਹੁਤ ਵੱਡੀ ਸੱਟ ਵੱਜੀ, ਔਰ ਉਹਦੇ ਚੋਂ ਸਾਰਾ ਏਰੀਆ ਦੁਬਾਰਾ, ਕਿਉਂਕਿ ਜਦੋਂ ਦਰਿਆਵਾਂ ਨੇ ਪਾਣੀ ਨਹੀਂ ਚੱਲਿਆ ਉਹ ਪਾਣੀ ਇਕੱਠਾ ਹੋ ਕੇ ਨੀਵੇਂ ਥਾਂ ਦੇ ਉੱਤੇ ਕੁਦਰਤ ਨੇ ਉੱਥੇ ਜਾਣਾ ਹੈ, ਪਾਣੀ ਨੇ ਜਿੱਥੇ ਉਹ ਕੁਦਰਤ ਦਾ ਥਾਂ ਬਣਾਇਆ ਹੋਇਆ। ਸੋ ਇਹ ਹੋਇਆ ਜਿਹੜਾ ਤੁਸੀਂ ਨੁਕਸੈਕ ਦੀ ਗੱਲ ਕਰਦੇ ਹੋ, ਉਹਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੋਇਆ। ਉਹ ਵੀ ਇਸੇ ਤਰੀਕੇ ਨਾਲ ਹੀ ਹੋਇਆ, ਉਹਦੇ ਵਿੱਚ ਤੋਂ ਪਾਣੀ ਬਹੁਤ ਜ਼ਿਆਦਾ ਵੱਧ ਕੇ ਉੱਪਰ ਚਲਿਆ ਗਿਆ। ਕੀ ਉਹਨੂੰ ਬੈਟਰ ਕੀਤਾ ਜਾ ਸਕਦਾ ਸੀਗਾ? ਦੀ ਆਨਸਰ ਇਜ਼ ਯੈਸ। ਠੀਕ ਹੈ, ਇਹ ਹਮੇਸ਼ਾ ਹੀ ਇਨਵੈਸਟਮੈਂਟਸ ਨੇਗੀਆਂ ਕਿ ਜਿਹੜੀਆਂ ਸਰਕਾਰ ਦੇ ਕੋਲ ਪੈਸੇ ਨੇ, ਬਹੁਤ ਸਾਰੇ ਥਾਵਾਂ ਤੇ ਤੁਸੀਂ ਪੈਸੇ ਲਾ ਸਕਦੇ ਹੋ। ਅਲਟੀਮੇਟਲੀ ਤੁਸੀਂ ਵੇਖੋ ਬਜਟ ਸਾਡੇ ਕੋਲ $56 ਬਿਲੀਅਨ ਐਗਜ਼ੈਕਟਲੀ। ਹਾਂ, ਮੈਂ BC ਦੀ ਬਜਟ ਕਮੇਟੀ ਦਾ ਮੈਂਬਰ ਹਾਂ ਜੀ। ਸਾਡੇ ਕੋਲ $56 ਬਿਲੀਅਨ ਦਾ ਬਜਟ ਹੈ। ਇੰਨਾ ਰੈਵਨਿਊ ਲੋਕਾਂ ਤੋਂ ਆਉਂਦਾ, ਅਸੀਂ ਉਹਨਾਂ ਅਸੀਂ ਖਰਚਦੇ ਹਾਂ। ਲੇਕਿਨ ਜਦੋਂ ਅਸੀਂ ਸਾਰੇ ਸੂਬੇ ਜਾਂਦੇ ਹਾਂ ਲੋਕਾਂ ਦੀਆਂ ਪੁੱਛਣ ਵਾਸਤੇ ਵੀ ਕਿੱਥੇ ਕਿੱਥੇ ਕੀ ਹੋ ਸਕਦਾ, ਉਹਦੇ ਸਾਰੀਆਂ ਗੱਲਾਂ ਹੀ ਆਉਂਦੀਆਂ, ਐਸੀ ਗੱਲ ਨਹੀਂ ਹੈ ਪਤਾ ਨਹੀਂ ਹੁੰਦਾ। ਲੇਕਿਨ ਜੋ ਸਾਰੀਆਂ ਮੰਗ ਲਈਏ ਤਾਂ ਫਿਰ ਬਜਟ ਸਾਨੂੰ 100 ਬਿਲੀਅਨ ਤੋਂ ਉੱਪਰ ਚਾਹੀਦਾ, ਜਿਹੜਾ ਹੁੰਦਾ ਨਹੀਂ। ਬਿਲਕੁਲ। ਸੋ ਫਿਰ ਤੁਸੀਂ ਚੁਣ ਲਿਓ ਸਾਡੀਆਂ ਮੁੱਖ ਪ੍ਰਾਇਓਰਟੀ ਜਿਹੜੀਆਂ ਉਹ ਕਿਹੜੀਆਂ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਹੁਣ ਜਿਹੜੀ ਏਡੀ ਵੱਡੀ ਜਿਹੜੀ ਸਾਡੇ ਕੋਲੇ ਕੁਦਰਤੀ ਆਫਤ ਆਈ ਹੈ,
ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਹੁਣ ਜਿਹੜੇ ਸਾਡੇ ਹੜ੍ਹਾਂ ਦੇ ਜਿਹੜੇ ਦਰਿਆਵਾਂ ਦੇ ਆ ਜਿਹੜੇ ਹਾਂਜੀ ਉਹ ਡਾਈਕਸ ਵਗੈਰਾ ਉਹਨਾਂ ਨੂੰ ਅਸੀਂ ਇੰਪਰੂਵ ਕਰਾਂਗੇ, ਉਹਨਾਂ ਤੋਂ ਹੀ ਮੰਗ ਕਰਾਂਗੇ ਇੰਪਰੂਵ ਕਰਨ ਉਹ ਜਿਹੜਾ ਆਪਣੇ ਡਾਈਕ ਨੂੰ, ਤੇ ਤਾਂ ਕਿ ਜਿਹੜਾ ਅਸੀਂ ਸੇਫ ਹੋ ਸਕੇ। ਜਾਂ ਅਸੀਂ ਆਪਣੇ ਪੱਧਰ ਦੇ ਉੱਤੇ ਹੁਣ ਸਾਡੇ ਪੰਪਿੰਗ ਸਿਸਟਮ ਲੱਗਿਆ ਹੋਇਆ ਉਹ ਵੀ ਇੱਕ ਹਿੱਸੇ ਨੂੰ ਬਚਾਉਣ ਵਾਸਤੇ ਹੀ ਹੈ ਬਿਲਕੁਲ ਹਾਂ ਕਿ ਅਸੀਂ ਉਹਦੀ ਕਪੈਸਿਟੀ ਹੋਰ ਵਧਾ ਸਕਦੇ ਹਾਂ ਵਗੈਰਾ ਵਗੈਰਾ ਵਗੈਰਾ। ਉਹ ਸਾਰਾ ਕੁਝ ਜਿਹੜਾ ਹੁਣ ਜਦੋਂ ਇਹ ਚੀਜ਼ ਲੰਘ ਗਈ ਅਸੀਂ ਫਾਰਮਰ ਦੀ ਮਦਦ ਕਰਤੇ, ਜਿਹੜਾ ਹਾਈਵੇ ਚੱਲ ਪਏ, ਉਦੋਂ ਬਾਅਦ ਵੱਡੀ ਜਿਹੜੀ ਹੈਗੀ ਰਿਵਿਊ ਤਾਂ ਫਿਰ ਇਹਦਾ ਇਹ ਹੋਣਾ ਵੀ ਫਿਊਚਰ 'ਚ ਇਹਨੂੰ ਬਚਾਉਣ ਵਾਸਤੇ ਕੀ ਹੋ ਸਕਦਾ ਜੀ। ਇਹਦੇ 'ਚ ਮੈਂ ਇੱਕ ਤੁਹਾਨੂੰ ਇਹ ਵੀ ਗੱਲ ਦੱਸ ਦਿਆਂ ਕਿ ਫੈਡਰਲ ਸਰਕਾਰ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਲੱਗੀ ਹੋਈ ਹੈ ਜਿਹੜਾ ਲੇਟੈਸਟ ਟੈਕਨੋਲੋਜੀ ਦੇ ਨਾਲ ਇੱਕ ਨਵਾਂ ਵੈਦਰ ਪ੍ਰੈਡਿਕਸ਼ਨ ਸਿਸਟਮ ਪੈਦਾ ਕਰਨ ਵਾਸਤੇ ਜੀ। ਲੇਕਿਨ ਉਹਦੇ ਤੇ ਕਹਿੰਦੇ ਆ ਵੀ ਹਲੇ ਮਹੀਨੇ ਨਹੀਂ ਕਈ ਸਾਲ ਲੱਗ ਸਕਦੇ ਆ। ਉਹਦੇ ਨਾਲ ਸਾਨੂੰ ਇਹੋ ਜਿਹੀਆਂ ਗੱਲਾਂ ਦਾ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਬਹੁਤ ਜਲਦੀ ਪਹਿਲਾਂ ਪਤਾ ਲੱਗ ਸਕਦਾ ਤੇ ਉਹਦੇ ਮੁਤਾਬਕ ਬਚਾਅ ਬੈਟਰ ਹੋ ਸਕਦਾ। ਜਦੋਂ ਨੈਚੁਰਲ ਡਿਜ਼ਾਸਟਰ ਜਿਹੜੇ ਨੇ ਉਹ ਆਉਂਦੇ ਨੇ ਜਗਰੂਪ ਜੀ, ਮੈਂ ਆਪਣਾ ਸਵਾਲ ਕੰਪਲੀਟ ਕਰਾਂਗੀ, ਇੱਕ ਕਾਲ ਅਟੈਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ, ਤੁਸੀਂ ਨਾ ਬੜੀ ਇੰਪੋਰਟੈਂਟ ਗੱਲ ਕਰਦੇ ਸੀ। ਮੈਂ ਨਾ ਹੋਰ ਬੇਨਤੀ ਕਰਨਾ ਸੀ, ਇੱਕ ਨਾ ਤੈਨੂੰ ਬੇਟਾ ਗੁਰਦੀਪ ਕੌਰ ਨੇ ਲੈਟਰ ਲਿਖਿਆ ਸੀ ਇੱਕ। ਸਰ ਪਲੀਜ਼ ਇਸ ਮੁੱਦੇ ਤੇ ਗੱਲ ਕਰ ਲਓ, ਤੁਸੀਂ ਇਹ ਮੇਰੇ ਨਾਲ ਬਾਅਦ ਦੇ ਵਿੱਚ ਗੱਲ ਕਰਿਓ। ਪਹਿਲਾਂ ਆਪਾਂ ਨਾ ਜਿਹੜਾ ਟੌਪਿਕ ਹੈ ਉਸ ਟੌਪਿਕ ਰਿਗਾਰਡਿੰਗ ਤੁਸੀਂ ਕੁਝ ਗੱਲ ਕਰਨਾ ਚਾਹੁੰਦੇ ਹੋ ਹੜ੍ਹਾਂ ਦੇ ਮੁੱਦੇ ਤੇ, ਉਹ ਪਲੀਜ਼ ਕਰੋ। ਨਹੀਂ ਉਹ ਜਿਹੜਾ ਲੈਟਰ ਬਾਰੇ ਤਾਂ ਮਾੜਾ ਜਿਹਾ ਤਾਂ ਮੈਂ ਦੱਸ ਦੇ ਕੁਛ। ਸਰ ਉਹ ਤੁਹਾਨੂੰ ਲੈਟਰ ਦਾ ਦੱਸ ਦਾਂਗੇ, ਇਮੀਗ੍ਰੇਸ਼ਨ ਰਿਗਾਰਡਿੰਗ ਹੈ, ਕੋਈ ਗੱਲ ਨਹੀਂ, ਅਸੀਂ ਉਸ ਤੇ ਗੱਲ ਕਰਾਂਗੇ। ਪਰ ਇਸ ਵੇਲੇ ਜਿਹੜਾ ਟੌਪਿਕ ਹੈ ਤੁਸੀਂ ਦੱਸੋ, ਉਹਦੇ ਰਿਗਾਰਡਿੰਗ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਪੁੱਤ ਨਹੀਂ, ਮੈਂ ਤਾਂ ਉਹਦੇ ਲੈਟਰ ਬਾਰੇ ਗੱਲ ਕਰਨੀ ਸੀ। ਠੀਕ ਹੈ, ਉਹ ਤੁਹਾਡਾ ਜਿਹੜਾ ਮਸਲਾ ਤੁਸੀਂ ਮੀਡੀਆ ਤੱਕ ਪਹੁੰਚਾਇਆ ਸੀ ਉਸ ਸੰਬੰਧੀ ਮੈਂ ਗੱਲ ਕਰਾਂਗੀ। ਤੁਹਾਡਾ ਨੰਬਰ ਮੈਂ ਥੋੜੀ ਦੇਰ ਤੱਕ ਫੋਨ 'ਚੋਂ ਲੈ ਕੇ ਤੇ ਮੈਂ ਤੁਹਾਨੂੰ ਕਾਲ ਤੇ ਦੱਸ ਦਾਂਗੀ। ਠੀਕ ਹੈ ਜੀ, ਥੈਂਕ ਯੂ ਜੀ। ਫਿਲਹਾਲ ਜਗਰੂਪ ਜੀ ਹਾਂਜੀ ਮੁੱਦੇ ਤੇ ਆਪਾਂ ਆਉਣੇ ਆ, ਤੇ ਮੁੱਦੇ ਦੇ ਵਿੱਚ ਨੈਚੁਰਲ ਡਿਜ਼ਾਸਟਰ ਦੀ ਇੱਥੇ ਮੈਂ ਗੱਲ ਕਰ ਰਹੀ ਸੀ ਵੀ ਜਦੋਂ ਨੈਚੁਰਲ ਡਿਜ਼ਾਸਟਰ ਕੁਦਰਤੀ ਆਫਤਾਂ ਜਿਹੜੀਆਂ ਇਹ ਆਉਂਦੀਆਂ ਨੇ, ਅਸੀਂ ਹੁਣ ਤੋਂ ਕਾਫੀ ਸਾਲ ਪਹਿਲਾਂ ਦੀ ਗੱਲ ਕਰ ਲਈਏ ਤਾਂ ਕੈਲਗਰੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ, ਔਰ ਜਿਸ ਵੇਲੇ ਹੈਲਪ ਕੀਤੀ ਸੀ ਕਾਫੀ ਹੱਦ ਤੱਕ ਐਡਮਿੰਟਨ ਸਰਕਾਰ ਨੇ, ਫੈਡਰਲ ਸਰਕਾਰ ਨੇ ਮਿਲ ਕੇ ਬਹੁਤ ਜ਼ਿਆਦਾ ਮਦਦ ਕੀਤੀ, ਬਾਕੀ ਸੂਬਿਆਂ ਨੇ ਵੀ, ਬਿਲਕੁਲ ਬਾਕੀ ਸੂਬਿਆਂ ਨੇ ਵੀ। ਸੋ ਉਹਦੇ ਵਿੱਚ MLA ਤੁਸੀਂ ਵੀ ਉਸ ਟਾਈਮ ਦੇ ਉੱਤੇ ਸੀਗੇ। ਸੋ ਕੀ ਲੱਗਦਾ ਹੈ ਕੋਈ ਇਦਾਂ ਦੇ ਪ੍ਰੋਗਰਾਮ ਜਿਹੜੇ ਉਸ ਵੇਲੇ ਹੋਏ ਸੀਗੇ, ਕੋਈ ਇਦਾਂ ਦਾ ਪ੍ਰੋਗਰਾਮ ਹੁਣ ਵੀ ਲਿਆਂਦਾ ਜਾ ਸਕਦਾ ਜਿਹਦੇ ਨਾਲ ਸਾਰਾ ਕਵਰ ਅਪ ਐਟਲੀਸਟ ਹੋ ਸਕੇ, ਜਿਹਦਾ ਹਜੇ ਅਸੀਂ ਸਮਾਂ ਮਿੱਥ ਨਹੀਂ ਪਾ ਰਹੇ, ਕਾਫੀ ਸਮਾਂ ਲੱਗ ਜਾਏਗਾ, ਪਰ ਐਟਲੀਸਟ ਇਹ ਜਿਹੜਾ ਸਾਰਾ ਰਿਵਿਊ ਕਰਕੇ ਜਲਦੀ ਇਸ ਦਾ ਹੱਲ ਹੋ ਸਕੇ? ਕੁਛ ਇਦਾਂ ਦਾ ਪ੍ਰੋਗਰਾਮ ਆ ਸਕਦਾ? ਮੈਂ ਤੁਹਾਡਾ ਪ੍ਰੋਗਰਾਮ ਆਪਣਾ ਕੁਐਸਚਨ ਪੂਰਾ ਸਮਝਿਆ ਨਹੀਂਗਾ ਵੀ ਜੇ ਤਾਂ ਆਪਣੀ ਹੈਗੀ ਵੀ ਬਾਕੀ ਸੂਬਿਆਂ ਤੋਂ ਆਪਾਂ ਮਦਦ ਲੈ ਸਕਦੇ ਹਾਂ। ਹਾਂ ਬਾਕੀ ਸੂਬਿਆਂ ਤੋਂ ਅਸੀਂ ਮਦਦ ਆਲਰੇਡੀ ਲੈ ਰਹੇ ਹਾਂ ਜੀ। ਅਲਬਰਟਾ ਸਾਡੀ ਮਦਦ ਕਰ ਰਿਹਾ, ਬਾਕੀ ਦੇ ਸੂਬੇ ਸਾਡੀ ਮਦਦ ਕਰ ਰਿਹਾ, ਫੈਡਰਲ ਗਵਰਨਮੈਂਟ ਮਦਦ ਕਰ ਰਹੀ ਹੈ। ਉਹ ਸਿਰਫ ਇਸ ਤਰੀਕੇ ਨਾਲ ਮੰਗੀ ਜਾਂਦੀ ਹੈ ਜਦੋਂ ਸਾਨੂੰ ਲੱਗੇ ਵੀ ਸਾਡੀ ਕਪੈਸਿਟੀ ਤੋਂ ਬਾਹਰ ਹੈ, ਉਦੋਂ ਫਿਰ ਮਦਦ ਮੰਗ ਰਹੇ ਨੇ। ਮਿਸਾਲ ਦੇ ਤੌਰ ਦੇ ਉੱਤੇ ਅਸੀਂ ਫੈਡਰਲ ਸਰਕਾਰ ਨੂੰ ਬੜੀ ਜਲਦੀ ਜਿਹੜਾ ਕਹਿ ਦਿੱਤਾ ਸਾਨੂੰ ਆਰਮੀ ਚਾਹੀਦੀ ਹੈ, ਉਹਨਾਂ ਨੇ ਆਰਮੀ ਭੇਜਤੀ ਸੀ। ਆਰਮੀ ਇੱਥੇ ਆ ਗਈ, ਆਰਮੀ ਨੇ ਆਪਣਾ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜਾ ਲੋਕਾਂ ਦੀ ਸੇਫਟੀ ਵਾਸਤੇ ਕੰਮ ਕੀਤਾ, ਲੇਕਿਨ ਉਹ ਆਰਮੀ ਹੁਣ ਵਾਪਸ ਜਾਣੀ ਸ਼ੁਰੂ ਹੋ ਗਈ ਕਿਉਂਕਿ ਹੁਣ ਸਾਡੀ ਜਿਹੜੀ ਕਪੈਸਿਟੀ ਆਪਣੀ ਲੋਕਲ ਹੈਗੀ ਹੈ, ਸਾਡਾ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਉਹ ਹੈਂਡਲ ਕਰ ਸਕਦਾ। ਲੇਕਿਨ ਆਈ ਥਿੰਕ 120 ਦੇ ਕਰੀਬ ਜਿਹੜੇ ਟਰੁੱਪਸ ਨੇਗੇ ਉਹ ਅਸੀਂ ਹਲੇ ਚਲਾਬਾਗ ਦੇ ਵਿੱਚ ਰੱਖੇ ਹੋਏ ਨੇ ਤਾਂ ਕਿ ਜੇ ਕੋਈ ਜਿਹੜੀ ਇਸ ਤਰ੍ਹਾਂ ਦੀ ਅਨਨੋਨ ਕੋਈ ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਉੱਥੇ ਭੇਜ ਸਕੀਏ। ਬਾਕੀ ਦੀ ਆਰਮੀ ਅਸੀਂ ਵਾਪਸ ਜਿਹੜੀ ਉਹ ਭੇਜਣੀ ਵਾਪਸ ਜਿਹੜੀ ਸ਼ੁਰੂ ਕਰ ਦਿੱਤੀ ਗਈ। ਅਲਬਰਟਾ ਨੇ ਵੀ ਮਦਦ ਕੀਤੀ ਹੈ, ਹੋਰ ਸੂਬਿਆਂ ਨੇ ਵੀ ਮਦਦ ਕੀਤੀ ਹੈ। ਸੋ ਇਸ ਵੇਲੇ ਟ੍ਰੈਫਿਕ ਦੀ ਗੱਲ ਕੀਤੀ ਜਾਂਦੀ ਸੀਗੀ ਵੀ ਜਦੋਂ ਅਸੀਂ ਗੱਲ ਕਰਦੇ ਵੀ ਹੁਣ ਜਿਹੜਾ ਮੀਂਹ ਪਿਆ ਉਹਨੇ ਕਾਫੀ ਹੱਦ ਤੱਕ ਜਿਹੜਾ ਸੜਕਾਂ ਜਿਹੜੀਆਂ ਨੇ ਹਾਈਵੇ ਬਲੌਕ ਕਰ ਦਿੱਤੇ। ਇਹ ਕੰਟੀਨਿਊ ਇਸ਼ੂ ਇਹ ਚੱਲਦਾ ਆ ਰਿਹਾ ਸੀਗਾ ਜਗਰੂਪ ਜੀ, ਔਰ ਉਦੋਂ ਵੀ ਇਹ ਗੱਲ ਕਹੀ ਜਾਂਦੀ ਸੀ ਵੀ ਟ੍ਰੈਫਿਕ ਜਿਹੜਾ ਸਰੀ ਦੇ ਵਿੱਚ ਵੀ ਜਾਂ ਸਰੀ ਤੋਂ ਪਾਰ ਜਿਹੜੇ ਵੀ ਇਲਾਕਿਆਂ ਦੇ ਵਿੱਚ ਜਾਣਾ, ਕਾਫੀ ਹਾਈਵੇਜ਼ 'ਤੇ ਸਿਚੁਏਸ਼ਨ ਆ ਰਹੀ ਸੀਗੀ ਜਿੱਥੇ ਕਿ ਟੋਏ ਟਿੱਬੇ ਜਾਂ ਕਹਿ ਲਓ ਸੜਕਾਂ ਟੁੱਟੀਆਂ ਹੋਈਆਂ ਸੀਗੀਆਂ। ਡਰੇਨੇਜ ਸਿਸਟਮ ਦੀ ਗੱਲ ਵੀ ਕੀਤੀ ਜਾ ਰਹੀ ਸੀ ਜਿਹਦੀ ਪੋਲ ਹੁਣ ਜ਼ਿਆਦਾ ਮੀਂਹ ਪਿਆ ਤਾਂ ਉਹ ਖੁੱਲੀ ਆ। ਸੋ ਐਟਲੀਸਟ ਇਹਦੇ ਵੱਲ ਜੇ ਪਹਿਲਾਂ ਆਈ ਥਿੰਕ ਗੌਰ ਕੀਤਾ ਜਾਂਦਾ ਤਾਂ ਥੋੜ੍ਹਾ ਜਿਹਾ ਬਚਾਅ ਹੋ ਸਕਦਾ ਸੀਗਾ, ਤੁਹਾਨੂੰ ਲੱਗਦਾ ਇੱਦਾਂ? ਨਹੀਂ, ਜਿਹੜੇ ਤਾਂ ਹਾਈਵੇ ਜਿਹੜੇ ਟੁੱਟੇ ਆਪਣੇ ਹੜ੍ਹਾਂ ਕਰਕੇ ਉਹਨਾਂ ਦਾ ਮੈਨੂੰ ਪਤਾ ਨਹੀਂ ਕੀ ਬਚਾ ਸਕਦਾ ਕਿਉਂਕਿ ਹਾਈਵੇ ਤੋਂ ਜੇ ਹਾਈਵੇ ਕੋਕਾਹਾਰਾ ਦੇਖੋ ਕਿੱਡਾ ਮਜ਼ਬੂਤ ਹਾਈਵੇ ਸੀ। ਇਹ ਨਹੀਂ ਵੀ ਕੋਈ ਥਰਡ ਵਰਲਡ ਕੰਟਰੀ ਨੇ ਹਾਈਵੇ ਬਣਾਇਆ ਸੀਗਾ, ਉਹ ਬਕਾਇਦਾ ਸਾਰੇ ਸਪੈਸੀਫਿਕ ਜਿਹੜੀਆਂ ਹੈਗੀਆਂ ਇੱਥੋਂ ਕੈਨੇਡੀਅਨ ਸਟੈਂਡਰਡ ਮੁਤਾਬਕ ਹਾਈਵੇ ਬਣਾਇਆ ਗਿਆ ਸੀ। ਲੇਕਿਨ ਜਦੋਂ ਪਹਾੜ ਤੋਂ ਪਾਣੀ ਆਉਂਦਾ ਉਹਦੀ ਇੰਨੀ ਸਪੀਡ ਹੁੰਦੀ ਹੈ ਕਿ ਉਹਨੇ ਉਹ ਸਾਰਾ ਕੁਝ ਚੱਕ ਕੇ ਬਹੁਤ ਵੱਡਾ ਹਿੱਸਾ ਚੱਕ ਕੇ ਉਹ ਲੈ ਗਏ। ਲੇਕਿਨ ਗੱਲ ਦੇਖਣ ਵਾਲੀ ਇਹ ਹੈਗੀ ਕਿ ਕਿੰਨੀ ਜਲਦੀ ਅਸੀਂ ਉਹਨੂੰ ਦੁਬਾਰਾ ਟੈਂਪਰੇਰੀ ਰਿਪੇਅਰ ਕਰਕੇ ਜਿਹੜੀ ਸਾਡੀ ਸਪਲਾਈ ਚੇਨ ਹੈ BC ਦੇ ਵਿੱਚ ਇੱਕ ਇਤਿਹਾਸਕ ਹੜ੍ਹ ਆਏ ਸੀ ਜੀ। ਸਾਡੇ ਸ਼ੁਰੂ ਦੇ ਵਿੱਚ 1-2 ਦਿਨ ਪੈਨਿਕ ਬਾਈ ਹੋਈ ਹੈ, ਉਸ ਤੋਂ ਬਾਅਦ ਜਿਹੜੀ ਪੈਨਿਕ ਬਾਈ ਉਹ ਖਤਮ ਹੋ ਗਈ ਕਿਉਂਕਿ ਅਸੀਂ ਸਪਲਾਈ ਚੇਨ ਜਿਹੜੀ ਹੈਗੀ ਬਹੁਤ ਤੁਰੰਤ ਹਾਈਵੇ ਠੀਕ ਕਰਕੇ ਬਹਾਲ ਕਰ ਲਈ। ਹਾਈਵੇ 3 ਜਿਹੜਾ ਇਸ ਵੇਲੇ ਹੈਗਾ ਉਹ ਸਿਰਫ ਐਸੈਂਸ਼ੀਅਲ ਟਰੈਵਲ ਵਾਸਤੇ ਹੈਗਾ, ਟਰੱਕਾਂ ਵਾਸਤੇ ਹੈ। ਉਹਦੇ ਤੇ 4 ਦਿਨ ਪਹਿਲਾਂ ਦੀ ਰਿਪੋਰਟ ਮੈਂ ਜਿਹੜੀ ਪੜ੍ਹੀ ਹੈ 40,000 ਟਰੱਕ ਉਹਦੇ ਤੇ ਉੱਥੋਂ ਸਮਾਨ ਲੈ ਕੇ ਆ ਚੁੱਕਿਆ ਜੀ।
ਸੋ ਬਹੁਤ ਵੱਡਾ ਇਸ ਕਰਕੇ ਜਿਹੜੀ ਉਹ ਸਪਲਾਈ ਲਗਾਤਾਰ ਚੱਲ ਰਹੀ ਹੈ, ਰਿਪੇਅਰ ਚੱਲ ਰਹੀ ਹੈ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹਾਈਵੇ ਨੂੰ ਅਸੀਂ ਹੋਰ ਬੈਟਰ ਕਿਵੇਂ ਬਣਾ ਸਕਦੇ ਹਾਂ ਤਾਂ ਕਿ ਉਹ ਇਦੋਂ ਜਿਹੜੇ ਇਸ ਤਰ੍ਹਾਂ ਦੇ ਤੂਫਾਨ ਨੂੰ ਝੱਲ ਸਕਣ, ਆਫ ਕੋਰਸ ਬਣ ਸਕਦੇ ਆ, ਆਫ ਕੋਰਸ ਉਹ ਵੱਡੀ ਇਨਵੈਸਟਮੈਂਟ ਵੀ ਹੈ ਕਿਉਂਕਿ ਉਹਦੀ ਵੱਡੀ ਇਨਵੈਸਟਮੈਂਟ ਹੋਣੀ ਹੈ। ਲੇਕਿਨ ਜਿਹੜੇ ਹਾਈਵੇ ਗੱਲ ਆਪਾਂ ਕਰਦੇ ਹਾਂ, ਹਾਈਵੇ ਸੂਬਾ ਸਰਕਾਰ ਦੇ ਵੀ ਹੈ, ਹਾਈਵੇ ਫੈਡਰਲ ਗੌਰਨਮੈਂਟ ਦੇ ਵੀ ਹੈ, ਜਿਹੜੀਆਂ ਲੋਕਲ ਸੜਕਾਂ ਉਹ ਲੋਕਲ ਸਰਕਾਰਾਂ ਦੀਆਂ ਵੀ ਨੇ, ਉਹ ਉਹਨਾਂ ਨੇ ਮੁਰੰਮਤ ਕਰਨੀ। ਸੋ ਜਗਰੂਪ ਜੀ, ਅਖੀਰ ਦੇ ਵਿੱਚ ਹੁਣ ਕੀ ਜਿਹੜੇ ਫਾਰਮਿੰਗ ਵਾਲੇ ਜਿਹੜੇ ਬਹੁਤ ਪਰੇਸ਼ਾਨ ਨੇ, ਡਿਪਰੈਸ਼ਨ 'ਚ ਜਾ ਰਹੇ ਨੇ, ਮੈਂਟਲ ਹੈਲਥ ਦੇ ਇਸ਼ੂ ਕਈਆਂ 'ਤੇ ਆ ਚੁੱਕੇ ਨੇ, ਸ਼ਾਇਦ ਬਹੁਤ ਸਾਲ ਲੱਗ ਜਾਣਗੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਆਉਣ ਦੇ ਵਿੱਚ, ਹੁਣ ਉਹਨਾਂ ਲਈ ਕੀ ਸਰਕਾਰ ਉਹਨਾਂ ਨੂੰ ਤਸੱਲੀ ਦੇਵੇ ਵੀ ਜਿਹਦੇ ਨਾਲ ਐਟਲੀਸਟ ਉਹਨਾਂ ਨੂੰ ਇੱਕ ਹੌਸਲਾ ਮਿਲ ਜਾਏ ਕਿ ਸਰਕਾਰ ਸਾਡੇ ਨਾਲ ਖੜੀ ਹੈ ਅਤੇ ਸੂਬਾ ਸਰਕਾਰ ਜਿਹੜੀ ਹੈ ਉਹ ਵੀ ਕਾਫੀ ਹੱਦ ਤੱਕ ਸਾਡੀ ਮਦਦ ਜਿਹੜੀ ਕਰੇਗੀ ਅਤੇ ਅਸੀਂ ਜਲਦੀ ਇਸ ਜ਼ੋਨ ਦੇ ਵਿੱਚੋਂ ਬਾਹਰ ਆ ਸਕਦੇ ਹਾਂ? ਕੀ ਕਹਿਣਾ ਚਾਹੁੰਦੇ? ਹਾਂਜੀ, ਉਹਨਾਂ ਨੂੰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਜੀ ਕਿ ਸੂਬਾ ਸਰਕਾਰ ਜਿਹੜੀ ਪਹਿਲੀ ਗੱਲ, ਚੰਗੀ ਗੱਲ ਤਾਂ ਹੈਗੀ ਕਿ ਜਿਹੜਾ ਤੂਫਾਨ ਲੰਘ ਚੁੱਕਿਆ, ਤੂਫਾਨ ਲੰਘਣ ਦੇ ਨਾਲ ਜਿਹੜਾ ਹੁਣ ਪਾਣੀ ਬਹੁਤ ਤੇਜ਼ੀ ਦੇ ਨਾਲ ਥੱਲੇ ਜਾ ਰਿਹਾ, ਔਰ ਪਾਣੀ ਜਦੋਂ ਵੀ ਤੇਜ਼ੀ ਨਾਲ ਥੱਲੇ ਜਾਂਦਾ, ਪਾਣੀ ਚੱਲ ਜਾਂਦਾ, ਉਸ ਤੋਂ ਬਾਅਦ ਜਿਹੜਾ ਸਾਡਾ ਪਹਿਲਾ ਸਟੈਪ ਸ਼ੁਰੂ ਹੋਣਾ ਕਿ ਅਸੀਂ ਉਹਦੀ ਅਸੈਸਮੈਂਟ ਕਰਨੀ ਹੈ। ਉਸ ਆਫ ਕੋਰਸ ਅਸੈਸਮੈਂਟ ਕਰਨ ਦੇ ਨਾਲ ਜਿਹੜੀ ਹੈਗੀ ਹੈ ਪਤਾ ਲੱਗ ਜੂ ਡੈਮੇਜ ਕਿੰਨਾ, ਤਾਂ ਕਿ ਜਿਹੜੀ ਉਹਦੀ ਮੁੜ ਬਹਾਲੀ ਉਹਦੇ ਮੁਤਾਬਕ ਹੋ ਸਕਦੀ ਹੈ। ਸੋ ਮੁਕੰਮਲ ਅਸੈਸਮੈਂਟ ਕਰਨ ਤੋਂ ਬਾਅਦ ਜਿਹੜਾ ਉਹਨਾਂ ਦੀ ਦੁਬਾਰਾ ਪ੍ਰੋਡਕਸ਼ਨ ਤੇ ਲਿਆਉਣ ਵਾਸਤੇ ਸਰਕਾਰ, ਜਿਹੜੀ ਸੂਬਾ ਸਰਕਾਰ ਵੀ, ਫੈਡਰਲ ਗੌਰਨਮੈਂਟ ਵੀ, ਦੋਨੇ ਵਚਨਬੱਧ ਨੇ। ਉਹਦੇ ਦੇ ਉੱਤੇ ਮੈਂ ਇਹ ਗੱਲ ਕਹਿ ਸਕਦਾ ਕਿ ਜਿਹੜੇ ਸਾਡੇ ਮਿਨਿਸਟਰ ਆਫ ਐਗਰੀਕਲਚਰ ਨੇ, ਜਿਹੜੇ ਫੈਡਰਲ ਮਿਨਿਸਟਰ ਐਗਰੀਕਲਚਰ ਨੇ, ਮੇਰੇ ਖਿਆਲ ਦੇ ਵਿੱਚ ਉਹ 10 ਘੰਟੇ ਦਿਨ 'ਚ ਕੰਮ ਕਰਦੇ ਤਾਂ 9 ਘੰਟੇ ਇਸੇ ਦਾ ਹੀ ਕੰਮ ਹੈ। ਔਰ ਸਾਡੇ ਜਿਹੜੇ ਮਹਿਕਮੇ ਦੇ ਆਫਿਸਰਸ ਨੇ ਉਹ ਵੀ ਇਸੇ ਤੇ ਕੰਮ ਕਰ ਰਹੇ ਆ, ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਆ। ਪਰ ਉਹਦੇ ਨਾਲ ਇਹ ਜ਼ਰੂਰ ਹੈ ਕਿ ਪਾਣੀ ਦਾ ਥੱਲੇ ਉਤਰਨਾ ਬਹੁਤ ਜ਼ਰੂਰੀ ਹੈ। ਉਸ ਤੋਂ ਪਹਿਲਾਂ ਅਸੀਂ ਅਸੈਸ ਨਹੀਂ ਕਰ ਸਕਦੇ। ਫਿਰ ਮਹਾਰਾਜ ਨੇ ਆ ਕੇ ਸਾਨੂੰ ਦੱਸਣਾ ਹੈ, ਜਿਹੜਾ ਹੈਗਾ ਮਿੱਟੀ ਵਾਲੇ ਨੇ ਆਪਣਾ ਦੱਸਣਾ ਕਿੰਨਾ ਡੈਮੇਜ ਹੋਇਆ, ਜਿਹੜਾ ਫਸਲ ਵਾਲੇ ਨੇ ਆਪਣਾ ਦੱਸਣਾ ਕਿੰਨਾ ਡੈਮੇਜ ਹੋਇਆ, ਕਿਹਦਾ ਕਿੰਨਾ ਹੋਇਆ, ਵਗੈਰਾ ਵਗੈਰਾ ਵਗੈਰਾ। ਉਹ ਜਦੋਂ ਵੀ ਅਸੀਂ ਕਰ ਸਕਦੇ ਹਾਂ। ਇਨ ਦੀ ਮੇਨ ਟਾਈਮ ਉਹਨਾਂ ਦੀ ਕੋਈ ਹੋਰ ਮਦਦ ਹੋ ਸਕਦੀ ਹੈ, ਸਰਕਾਰ ਉਹਦੇ ਬਾਰੇ ਵੀ ਵਿਚਾਰ ਕਰੂਗੀ, ਜਿਹੜਾ ਕਿ ਟੈਂਪਰੇਰੀ ਤੌਰ ਤੇ ਕੀ ਹੋ ਸਕਦੀ ਹੈ। ਆਹ ਪ੍ਰੋਗਰਾਮ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿਨ੍ਹਾਂ ਦੀ ਇੰਸ਼ੋਰੈਂਸ ਹੈ ਨਹੀਂ ਗੀ, ਇਹਨਾਂ 'ਚ ਬਹੁਤ ਸਾਰੇ ਲੋਕ ਉਹੀ ਨੇ ਜਿਨ੍ਹਾਂ ਦੀ ਇੰਸ਼ੋਰੈਂਸ ਉੱਥੇ ਨੀਵਾਂ ਥਾਂ ਹੋਣ ਕਰਕੇ ਨਹੀਂ ਹੋ ਸਕਦੀ, ਉਹ ਵਕਤੀ ਤੌਰ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਆ। ਇਹਦੇ ਵਿੱਚ $3 ਲੱਖ ਤੱਕ ਜਿਹੜੀ ਮਦਦ ਮਿਲ ਸਕਦੀ ਹੈ, ਉਹ ਇਹਦੇ 'ਚ ਹੈਗੀ ਆ। ਇਹਦੇ 'ਚ ਮੈਂ ਇਹ ਵੀ ਗੱਲ ਦੋ ਚੀਜ਼ਾਂ ਹੋਰ ਕਹਿਣਾ ਚਾਹੁੰਦਾ ਜੇ ਅੰਤ ਦੇ ਵਿੱਚ, ਕਿ ਇੱਕ ਜਿਹੜੇ ਹਾਲੇ ਤੱਕ ਬਹੁਤ ਸਾਰੇ ਪਸ਼ੂ ਮਰ ਚੁੱਕੇ ਨੇ, ਉਹ ਫਾਰਮਰਜ਼, ਉਹਨਾਂ ਦੇ ਵਿੱਚੋਂ ਆਲਮੋਸਟ ਵੱਡੀ ਗਿਣਤੀ ਫਾਰਮਰਜ਼ ਨੂੰ ਹਾਲੇ ਤੱਕ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਕਿਉਂਕਿ ਸੇਫ ਨਹੀਂ ਸੀਗਾ। ਬਾਰਨ ਬਹੁਤ ਵੱਡੇ ਬਾਰਨ ਭਰੇ ਹੋਏ ਨੇ, ਹੁਣ ਪਾਣੀ ਥੱਲੇ ਡਿੱਗਣਾ, ਜਿਹੜੀਆਂ ਗਊਆਂ ਅੰਦਰ ਮਰੀਆਂ ਪਈਆਂ ਉਹਨਾਂ ਨੇ ਦੇਖਣੀਆਂ, ਬਹੁਤ ਇਮੋਸ਼ਨਲ ਸਿਚੁਏਸ਼ਨ ਹੋਣੀ ਹੈ। ਉਹਨਾਂ ਦੀ ਡਿਸਪੋਜ਼ਲ ਦੇ ਲਈ ਜਿਹੜਾ ਸਰਕਾਰ ਨੇ ਆਲਰੇਡੀ ਬਹੁਤ ਸਾਰੇ ਸ਼ਹਿਰਾਂ ਨਾਲ ਗੱਲ ਕਰਕੇ ਜਿਹੜੀਆਂ ਲੈਂਡ ਫਿਲਿੰਗ ਜਿਹੜੀਆਂ 5-6 ਥਾਵਾਂ ਤੇ ਤਿਆਰ ਕੀਤੀਆਂ ਜਾ ਚੁੱਕੀਆਂ, ਔਰ ਉਹਦੇ ਵਾਸਤੇ ਜਿਹੜਾ ਹੈਗਾ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਜਾ ਚੁੱਕਿਆ। ਸਰਕਾਰ ਜਿਹੜੇ ਹੈਗੇ ਜਦੋਂ ਗੌਰਨਮੈਂਟ ਨੂੰ ਗੱਲਬਾਤ ਕਰਨਗੇ, ਅਸੀਂ ਉਹ ਮਦਦ ਕਰਨ ਵਾਸਤੇ ਤਿਆਰ ਹਾਂ। ਇਹਦੇ ਵਿੱਚ ਕੁਝ ਜਿਹੜੇ ਫੋਰਨ ਵਰਕਰ ਵੀ ਫਸੇ ਹੋਏ ਆ ਜੀ, ਉਹਦੇ 'ਚ 150 ਦੇ ਕਰੀਬ ਜਿਹੜੇ ਫੋਰਨ ਵਰਕਰਜ਼ ਨੇ, ਜਿਹੜੇ ਇਹਨਾਂ ਜਿੱਥੇ ਇਹ ਇੰਪੈਕਟ ਹੋਇਆ ਆਪਣਾ ਫਾਰਮ ਦੇ ਉੱਤੇ, ਉਹ ਜਿਹੜੇ ਵਰਕਰ ਨੇ ਜੀ, ਉਹਨਾਂ ਨੂੰ ਪਹਿਲੀ ਗੱਲ ਤਾਂ ਹੈਗੀ ਵੀ ਉਹਨਾਂ ਨੂੰ ਸੇਫ ਤਰੀਕੇ ਦੇ ਨਾਲ ਉਹਨੂੰ ਉੱਥੋਂ ਵੈਕੂਏਟ ਕਰ ਲਿਆ ਗਿਆ, ਉੱਥੋਂ ਕੱਢ ਲਿਆ ਗਿਆ, ਉਹਨਾਂ ਨੂੰ ਰਹਿਣ ਵਾਸਤੇ ਥਾਂ ਹੈਗਾ ਇਸ ਵੇਲੇ। ਉਸ ਤੋਂ ਬਾਅਦ ਇਹ ਸਾਰੇ ਜਿਹੜੇ ਵਰਕਰ ਨੇ, ਆਲਮੋਸਟ 99% ਵਰਕਰ ਜਿਹੜੇ ਹੈਗੇ ਆ ਮੈਕਸੀਕੋ ਦੇ ਨੇ, ਔਰ ਉਹ ਅਸੀਂ ਮੈਕਸੀਕੋ ਸਰਕਾਰ ਦੇ ਨਾਲ, ਜਿਹੜਾ ਉਹਨਾਂ ਦਾ ਕੌਂਸੂਲੇਟ ਇੱਥੇ ਆਫਿਸ ਹੈਗਾ, ਉਹਨਾਂ ਦੇ ਨਾਲ ਅਸੀਂ ਲਗਾਤਾਰ ਤਾਲਮੇਲ ਬਣਾਇਆ ਹੋਇਆ। ਹੁਣ ਉਹਨਾਂ ਨੂੰ ਜਿਹੜਾ ਹੈਗਾ, ਕਿਉਂਕਿ ਉਹਨਾਂ ਕੋਲ ਵਰਕ ਪਰਮਿਟ ਹੈ, ਉਹਨਾਂ ਨੂੰ ਹੁਣ ਨਵੇਂ ਫਾਰਮ ਦੇ ਉੱਤੇ ਜਿਹੜਾ ਟਰਾਂਸਫਰ ਕੀਤਾ ਜਾ ਰਿਹਾ ਤਾਂ ਕਿ ਉਹ ਆਪਣੀ ਜੌਬ ਜਾਰੀ ਕਰ ਸਕਣ। ਸੋ ਉਹਨਾਂ ਦਾ ਵੀ ਜਿਹੜਾ ਅਸੀਂ ਪ੍ਰਬੰਧ ਉਸ ਤਰੀਕੇ ਨਾਲ ਕਰ ਰਹੇ ਹਾਂ। ਤੇ ਹਰ ਲੈਵਲ ਦੇ ਉੱਤੇ ਜਿਹੜੀ ਸਰਕਾਰ ਹੈ ਜੀ ਉਹ ਵਚਨਬੱਧ ਹੈਗੀ ਹੈ, ਔਰ ਜੇ ਕਿਸੇ ਦਾ ਕੋਈ ਵੀ ਸੁਨੇਹਾ ਹੈ, ਮੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਆ, ਮੈਨੂੰ ਕਾਲ ਕਰ ਸਕਦੇ ਆ। ਮੈਂ ਜੇ ਮੈਨੂੰ ਕੋਈ ਬੁਲਾਉਂਦਾ ਮੈਂ ਉੱਥੇ ਜਾਣ ਨੂੰ ਵੀ ਤਿਆਰ ਹਾਂ। ਤੇ ਜਿਹੜੇ ਸਾਡੇ ਮਿਨਿਸਟਰ ਆ ਉਹ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੇ ਆ, ਤੇ ਇਹਦੇ ਵਾਸਤੇ ਦੇ ਉੱਤੇ ਜਿਹੜੀ ਹੈਗੀ ਮੁਕੰਮਲ ਤੌਰ ਤੇ ਮਦਦ ਹੋਊਗੀ। ਆਪਣੇ ਜਦੋਂ ਕੋਵਿਡ ਆਇਆ ਉਦੋਂ ਵੀ ਥੋੜ੍ਹੀ ਚਿੰਤਾ ਹੋਈ ਹੈ ਵੀ ਕੀ ਹੋਊਗਾ ਕੀ ਨਹੀਂ ਹੋਊਗਾ, ਪਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਹੈਗਾ ਇਕੱਠੇ ਹੋ ਕੇ ਅਸੀਂ ਉਹਦਾ ਹੱਲ ਬਹੁਤ ਵਧੀਆ ਲੱਭ ਕੇ ਅਸੀਂ ਉਹਦੇ ਉੱਪਰ ਦੀ ਲੰਘ ਚੁੱਕੇ ਸੀ। ਮੈਨੂੰ ਉਵੇਂ ਉਮੀਦ ਹੈ ਕਿ ਚਾਹੇ ਕਿੱਡੀ ਵੱਡੀ ਸਮੱਸਿਆ, ਅਸੀਂ ਰਲ ਮਿਲ ਕੇ ਇਸ ਨੂੰ ਹੱਲ ਕਰਕੇ ਅੱਗੇ ਤੁਰਾਂਗੇ। ਜੀ ਜਗਰੂਪ ਬਰਾੜ ਜੀ, ਥੈਂਕ ਯੂ ਸੋ ਮਚ। ਤੁਸੀਂ ਸਟੂਡੀਓ ਦੇ ਵਿੱਚ ਆਏ, ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਜਿਹੜੀ ਹੈ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਚਾਨਣਾ ਪਾਇਆ। ਬਹੁਤ ਸਾਰੀਆਂ ਜਿਹੜੀਆਂ ਅਜਿਹੇ ਪ੍ਰੋਗਰਾਮ ਸੀ ਜਿਨ੍ਹਾਂ ਨੂੰ ਲੈ ਕੇ ਲੋਕਾਂ ਨੂੰ ਕਨਫਿਊਜ਼ਨ ਹੈ, ਉਹਨਾਂ ਨੂੰ ਤੁਸੀਂ ਕਲੀਅਰ ਕੀਤਾ। ਥੈਂਕ ਯੂ ਸੋ ਮਚ। ਮੈਂ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੁਲਾ ਕੇ ਇੱਥੇ ਐਕਚੁਅਲੀ ਬੜੀ ਡੀਟੇਲ
ਕਿਉਂਕਿ ਮੈਂ ਬਹੁਤ ਸਾਰੀਆਂ ਇੰਟਰਵਿਊ ਕਰ ਚੁੱਕਿਆ, ਸੰਖੇਪ ਹੁੰਦੀਆਂ ਬਹੁਤੀਆਂ ਇੰਟਰਵਿਊ। ਜੀ ਸੋ ਸ਼ੈਰੀ ਜੀ, ਤੁਸੀਂ ਇੱਕ ਵਿਸ਼ੇਸ਼ ਉਦਮ ਕੀਤਾ ਔਰ ਤੁਹਾਡੇ ਜਿਹੜੇ ਸਵਾਲ ਬਹੁਤ ਪਾਏਦਾਰ ਸੀਗੇ, ਤੁਸੀਂ ਇਕੱਠੇ ਕੀਤੇ ਹੋਏ ਸੀਗੇ, Thank you. ਕਿਉਂਕਿ ਇਹ ਇੱਕ ਲੰਬੀ ਇੰਟਰਵਿਊ ਸੀ। ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਾਰੇ ਸੁਣਨ ਵਾਲਿਆਂ ਨੂੰ ਜਿਹੜੀ ਮੁਕੰਮਲ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਬਿਲਕੁਲ। ਉਹ ਲੋਕਾਂ ਤੱਕ ਪਹੁੰਚੂਗੀ ਔਰ ਉਹਦੇ ਪਹੁੰਚਣ ਦੇ ਨਾਲ ਆਫ ਕੋਰਸ ਮਦਦ ਹੁੰਦੀ ਹੈ। ਜੀ। ਲੋਕ ਸਾਨੂੰ ਦੁਆਰਾ ਸੰਪਰਕ ਕਰ ਸਕਦੇ ਆ, ਲੋਕਾਂ ਤੱਕ ਵੀ ਸੁਨੇਹਾ ਜਾਂਦਾ ਵੀ ਕੀ ਹੋ ਰਿਹਾ। ਸੋ ਮੈਂ ਤੁਹਾਡਾ ਤੇ ਚੈਨਲ ਪੰਜਾਬੀ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ, ਮਿਹਰਬਾਨੀ ਕਰਦਾ, ਸ਼ੁਕਰੀਆ ਕਰਦਾ। ਥੈਂਕ ਯੂ ਜਗਰੂਪ ਜੀ। ਸੋ ਜਗਰੂਪ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਸੀਗੇ। MLA ਨੇ ਹਮੇਸ਼ਾ ਜਿਹੜਾ ਕਮਿਊਨਿਟੀ ਦੇ ਵਿੱਚ ਲੋਕਾਂ ਦੇ ਮੁਖਾਤਿਬ ਹੁੰਦੇ ਰਹਿੰਦੇ ਨੇ, ਵਿਚਰਦੇ ਰਹਿੰਦੇ ਨੇ ਔਰ ਜਿਹੜੇ ਵੀ ਲੋਕਲ ਇਸ਼ੂ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਹੱਲ ਹੋ ਸਕਦੇ ਨੇ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਇਸ ਵੇਲੇ ਵੀ ਜਗਰੂਪ ਬਰਾੜ ਹੋਰਾਂ ਨੇ ਇਹ ਗੱਲ ਤਹਿ ਦਿਲੋਂ ਖੁੱਲ੍ਹ ਕੇ ਇੱਕ ਆਖੀ ਹੈ ਕਿ ਅਸੀਂ ਅਜੇ ਵੀ ਰੈਡੀ ਹਾਂ ਲੋਕਾਂ ਦੀ ਮਦਦ ਕਰਨ ਲਈ, ਖਾਸ ਕਰਕੇ ਹੜ੍ਹ ਪ੍ਰਭਾਵਿਤ ਲੋਕ ਜਿਹੜੇ ਜ਼ੋਨ ਦੇ ਵਿੱਚ ਨੇ, ਜਿਹੜੇ ਇਸ ਵੇਲੇ ਪਰੇਸ਼ਾਨੀ ਦੇ ਵਿੱਚ ਨੇ, ਉਹਨਾਂ ਦੀ ਸਹਾਇਤਾ ਕਰਨ ਦੇ ਲਈ ਉਹ ਤਿਆਰ ਹਮੇਸ਼ਾ ਰਹਿੰਦੇ ਨੇ ਤੇ ਇਸ ਵੇਲੇ ਵੀ ਤਿਆਰ ਨੇ। ਤੇ ਫੈਡਰਲ ਸਰਕਾਰ ਤੱਕ ਜੋ ਵੀ ਜਿੰਨੀ ਵੀ ਮਦਦ ਦੀ ਜਿਹੜੀ ਹੈ ਉਹ ਆਸ ਹੈਗੀ ਹੈ ਉਹ ਲਗਾਈ ਜਾ ਰਹੀ ਹੈ ਤੇ ਉਹ ਮਦਦ ਵੀ ਜਲਦੀ ਪਹੁੰਚੇਗੀ ਤੇ ਅਸੈਸਮੈਂਟ ਜਿਹੜੀ ਹੈ ਉਹ ਸਾਰਾ ਕਰਕੇ ਉਸ ਤੋਂ ਬਾਅਦ ਜਿੰਨਾ ਨੁਕਸਾਨ ਹੋਇਆ ਉਸ ਦਾ ਹੱਲ ਕੀਤਾ ਜਾਏਗਾ ਤੇ ਖਾਸ ਕਰਕੇ ਫਾਰਮਰਸ ਜਿਹੜੇ ਕਿ ਇਸ ਵੇਲੇ ਪਰੇਸ਼ਾਨ ਨੇ ਉਹਨਾਂ ਦੇ ਲਈ ਵੀ ਅਜਿਹੇ ਪ੍ਰੋਗਰਾਮ ਲਿਆਂਦੇ ਜਾਣਗੇ ਜਿਨ੍ਹਾਂ ਨਾਲ ਉਹਨਾਂ ਦੀ ਮਦਦ ਜਿਹੜੀ ਹੈ ਉਹ ਹੋ ਸਕੇ। ਸੋ ਇਜਾਜ਼ਤ ਦਿਓ ਜੀ, ਕੱਲ ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।